ਅੰਮ੍ਰਿਤ ਛਾੜ ਆਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨਹਾਰ ਦਇਆਲਾ, ਨਾਨਕ ਕਰਕੇ ਗੋਲੇ। ਸੋ ਕਹੋ ਟਲ ਗੁਰ ਸੇਵਿਆ, ਅਹਨਿਸ ਸਹਿਜ ਸੁਪਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੇ ਸਿਵਤੁਖ ਸਮਦੀ, ਨੂਰ ਅਰਸੋਂ ਕੁਰਸੋਂ ਝੱਟੀਐ। ਤੁਧ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵੇਸਾ। ਵਾਹਿਗੁਰੂ ਜੀ ਭੈਰੋਂ ਮਹਿਲਾ ਪੰਜਵਾ। ਜੇ ਸੌ ਲੋਚ ਲੋਚ ਖਾਵਾਇਆ, ਸਾਕਤ ਹਰ ਹਰ ਚੀਤ ਨ ਆਇਆ। ਜੇ ਸੌ ਲੋਚ ਲੋਚ ਖਾਵਾਇਆ, ਸਾਕਤ ਹਰ ਹਰ ਚੀਤ ਨ ਆਇਆ। ਸੰਤ ਜਨਾਂ ਕੀ ਲੇਹ ਮਤੇ, ਸਾਧ ਸੰਗ ਪਾਵੋ ਪਰਮ ਗਤੇ। ਰਹਾਉ ਪਾਥਰ ਕੋ ਬਹੁ ਨੀਰ ਪਵਾਇਆ, ਨਹ ਭੀਗੈ ਅਦਕ ਸੁਕਾਇਆ। ਖਟ ਸ਼ਾਸਤਰ ਮੂਰਖੈ ਸੁਣਾਇਆ, ਜੈਸੇ ਦਹ ਦਿਸ ਭਵਨ ਚੁਲਾਇਆ। ਬਿਨ ਕਣ ਖਲਹਾਨ ਜੈਸੇ ਗਾਹਨ ਪਾਇਆ, ਤਿਉ ਸਾਕਤ ਤੇ ਕੋ ਨਾ ਬਰਸਾਇਆ। ਤਿਤਿ ਲਾਗਾ ਜਿਤ ਕੋ ਲਾਇਆ, ਕਹੋ ਨਾਨਕ ਪ੍ਰਭ ਬਣਤ ਬਣਾਇਆ। ਤਿਤਿ ਲਾਗਾ ਜਿਤ ਕੋ ਲਾਇਆ, ਕਹੋ ਨਾਨਕ ਪ੍ਰਭ ਬਣਤ ਬਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਕਲਾ ਸਮਰੱਥ ਸਤਿਗੁਰੂ ਜੁਗੋ ਜੁਗ ਅਟਲ, ਜ਼ਾਹਰਾ ਜ਼ਹੂਰ ਅਤੇ ਹਾਜ਼ਰਾ ਹਜ਼ੂਰ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਗੁਰੂ ਹਜ਼ੂਰੀ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅੰਮ੍ਰਿਤ ਬਾਣੀ ਦਾ ਕੀਰਤਨ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸੁਣਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਜੋ ਵਿਚਾਰ ਹਰ ਰੋਜ਼ ਆਪ ਜੀ ਸ਼ਰਵਣ ਕਰਦੇ ਹੋ,
ਉਸ ਦੇ ਨਾਲ ਸੰਬੰਧਿਤ ਗੁਰੂ ਕੇ ਇਹ ਪਾਵਨ ਅਮੋਲ ਬਚਨ ਭੈਰੋਂ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਜ਼ਿੰਦਗੀ ਦੇ ਅੰਦਰ ਉੱਚੀਆਂ ਉੱਠਣ ਦੇ ਲਈ ਸਤਿਗੁਰੂ ਜੀ ਨੇ ਸਾਨੂੰ ਗਿਆਨ ਬਖਸ਼ਿਸ਼ ਕੀਤਾ ਹੈ ਕਿ ਆਪਾਂ ਸਤਿਪੁਰਖਾਂ ਦੀ ਸੰਗਤ ਕਰੀਏ। ਸੰਸਾਰਕ ਤੌਰ ਤੇ ਅਸੀਂ ਅੱਗੇ ਵਧਣਾ ਹੋਏ, ਉਹ ਲੋਕੀ ਜਿਹੜੇ ਸੰਸਾਰਕ ਤੌਰ ਤੇ ਕਾਮਯਾਬ ਨੇ, ਅਸੀਂ ਉਹਨਾਂ ਦੀ ਸੰਗਤ ਕਰਦੇ ਹਾਂ, ਉਹਨਾਂ ਦੇ ਖਿਆਲ ਸੁਣਦੇ ਹਾਂ। ਇਹ ਕਦੀ ਨਹੀਂ ਹੋਇਆ ਕਿ ਪਛੜੇ ਲੋਕਾਂ ਕੋਲ ਬੈਠ ਕੇ ਕੋਈ ਅੱਗੇ ਵੱਧ ਜਾਏ। ਆਤਮਿਕ ਤੌਰ ਤੇ ਜੇ ਅਸੀਂ ਆਨੰਦ ਮਾਣਨਾ ਹੈ, ਉੱਚੇ ਉੱਠਣਾ ਹੈ, ਜ਼ਿੰਦਗੀ ਦਾ ਮਕਸਦ ਹੈ ਪਰਮ ਪਦ ਪ੍ਰਾਪਤ ਕਰਨਾ। ਪਰਮ ਪਦ ਦਾ ਅਰਥ ਹੈ ਕਿ ਪਰਮ ਮਨੁੱਖ ਬਣਨਾ। ਜ਼ਿੰਦਗੀ ਅੰਦਰ ਸਭ ਤੋਂ ਉੱਤਮ ਜੋ ਅਵਸਥਾ ਹੈ ਜੀਵਨ ਦੀ, ਪ੍ਰਾਣੀ ਦੀ, ਉਸ ਨੂੰ ਪ੍ਰਾਪਤ ਕਰਨਾ। ਸਭ ਤੋਂ ਉੱਤਮ ਅਵਸਥਾ ਤਾਂ ਕੇਵਲ ਇੱਕ ਪਰਮਾਤਮਾ ਹੀ ਹੈ। ਗੁਰੂ ਸਾਹਿਬ ਜੀ ਨੇ ਬਚਨ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਗੋਬਿੰਦ ਨੂੰ ਮਿਲਣਾ ਹੀ ਪਰਮ ਗਤੀ ਹੈ। ਗੋਬਿੰਦ ਨੂੰ ਮਿਲਣ ਦੇ ਲਈ ਜ਼ਰੂਰੀ ਹੈ ਕਿ ਅਸੀਂ ਸੰਗਤ ਉਹਨਾਂ ਦੀ ਕਰੀਏ, ਵਿਚਾਰ ਉਹਨਾਂ ਦੇ ਸੁਣੀਏ ਜਿਹੜੇ ਗੋਬਿੰਦ ਦੇ ਪਿਆਰ 'ਚ ਜੁੜੇ ਨੇ, ਜਿਨ੍ਹਾਂ ਨੇ ਗੋਬਿੰਦ ਦੀ ਸੰਗਤ ਨੂੰ ਆਨੰਦ, ਸੰਗਤ ਨੂੰ ਮਾਣੇ। ਸਤਿਗੁਰੂ ਜੀ ਕਹਿੰਦੇ ਬੰਦਿਆ, ਜੇ ਤੂੰ ਪਰਮ ਗਤੀ ਚਾਹੁੰਦਾ, ਪਰਮ ਉੱਚੀ ਅਵਸਥਾ ਚਾਹੁੰਦਾ, ਮਨ ਕਰਕੇ ਤੂੰ ਉੱਚੀਆਂ ਉੱਠਣਾ ਚਾਹੁੰਦਾ, ਦੁੱਖਾਂ ਤੋਂ ਰਹਿਤ, ਚਿੰਤਾ ਤੋਂ ਰਹਿਤ, ਵਿਕਾਰਾਂ ਬੁਰਾਈਆਂ ਤੋਂ ਰਹਿਤ, ਤੂੰ ਜ਼ਿੰਦਗੀ ਅੰਦਰ ਇੱਕ ਆਨੰਦ ਭਰਪੂਰ ਜੀਵਨ ਬਤੀਤ ਕਰਨਾ ਚਾਹੁੰਦਾ, ਫਿਰ ਸਤਿਪੁਰਖਾਂ ਦੀ ਸੰਗਤ ਵਿੱਚ ਬੈਠਿਆ ਕਰ, ਚੰਗੀ ਸੁਸਾਇਟੀ ਵਿੱਚ ਬੈਠਿਆ ਕਰ। ਜਿਹੋ ਜੀ ਮਨੁੱਖ ਦੀ ਸੁਸਾਇਟੀ ਹੋਏ, ਮਨੁੱਖ ਉਹੋ ਜਿਹਾ ਹੀ ਬਣ ਜਾਂਦਾ ਹੈ। ਗੁਰਬਾਣੀ 'ਚ ਬੇਅੰਤ ਉਦਾਹਰਣਾਂ ਦਿੱਤੀਆਂ ਨੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਸਾਧੂ ਕੀ ਸੰਗਤ ਰਹੋ, ਜਉ ਕੀ ਭੂਸੀ ਜਾਓ, ਖਾਓ ਹੋਣਹਾਰ ਸੋ ਹੋਏ ਹੈ, ਸਾਖਤ ਸੰਗ ਨਾ ਜਾਓ। ਬੰਦਿਆ, ਸਾਧੂ ਜਾਂ ਇਵੇਂ ਕਹਿ ਲਓ ਕਿ ਚੰਗੇ ਲੋਕਾਂ ਦੀ ਸੰਗਤ, ਰੱਬੀ ਪਿਆਰਿਆਂ ਦੀ ਸੰਗਤ ਨਾਲ ਜੁੜਿਆ ਰਹੇ, ਉਹਨਾਂ ਦੇ ਅਨੁਸਾਰ ਜ਼ਿੰਦਗੀ ਬਤੀਤ ਕਰ। ਤੈਨੂੰ ਭਾਵੇਂ ਜਮਾਂ ਦੀ ਰੋਟੀ ਕਿਉਂ ਨਾ ਖਾਣੀ ਪੈ ਜਾਏ, ਭਾਵ ਜ਼ਿੰਦਗੀ ਦੇ ਅੰਦਰ ਆਰਥਿਕ ਪੱਖ ਤੋਂ ਜੇ ਤੂੰ ਪਿੱਛੇ ਵੀ ਰਹਿ ਜਾਏਗਾ, ਕੋਈ ਹਰਜ ਨਹੀਂ ਹੈ। ਰੋਟੀ ਭਾਵੇਂ ਤੈਨੂੰ ਰੁੱਖੀ ਵੀ ਕਿਉਂ ਨਾ ਖਾਣੀ ਪੈ ਜਾਏ, ਪਰ ਤੂੰ ਭੁੱਲ ਕੇ ਵੀ ਕਿਤੇ ਸਾਖਤਾਂ ਦੀ ਸੰਗਤ 'ਚ ਨਾ ਬੈਠੀ। ਸਾਖਤਾਂ ਦੀ ਸੰਗਤ ਵੀ ਹੋ ਸਕਦਾ ਸਾਨੂੰ ਚੋਪੜੀਆਂ ਮਿਲ ਜਾਣ। ਗੁਰਬਾਣੀ 'ਚ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੈ ਕਿ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ। ਰੱਬ ਦੇ ਪਿਆਰਿਆਂ ਕੋਲ ਤੇ ਰੁੱਖੀ ਰੋਟੀ ਵੀ ਮਿਲ ਜੇ ਨਾ, ਉਹਦੇ 'ਚੋਂ ਸਾਰੇ ਖਜ਼ਾਨੇ ਮਿਲ ਜਾਂਦੇ, ਸਾਰੇ ਸੁੱਖ ਮਿਲ ਜਾਂਦੇ। ਪਰ ਗ੍ਰਹਿ ਸਾਖਤ 36 ਪ੍ਰਕਾਰ ਕੇ ਤੇ ਬਿਖੂ ਸਮਾਨ। ਸਾਖਤ ਮਨੁੱਖ ਦਾ ਅਰਥ ਹੈ ਜੋ ਰੱਬ ਨਾਲੋਂ ਟੁੱਟਿਆ ਹੋਇਆ, ਜੋ ਆਚਾਰ ਕਰਕੇ ਡਿੱਗਿਆ ਹੋਇਆ, ਜਿਹੜਾ ਜ਼ਿੰਦਗੀ 'ਚ ਇਮਾਨਦਾਰ ਨਹੀਂ, ਜਿਹੜਾ ਜ਼ਿੰਦਗੀ ਅੰਦਰ ਸੱਚ ਤੋਂ ਟੁੱਟਿਆ ਹੋਇਆ, ਜਿਹੜਾ ਜ਼ਿੰਦਗੀ ਅੰਦਰ ਤ੍ਰਿਸ਼ਨਾ ਦੇ ਅਧੀਨ ਹੈ, ਉਹਨੂੰ ਸਤਿਗੁਰੂ ਜੀ ਨੇ ਸਾਖਤ ਕਿਹਾ। ਤੇ ਸਾਖਤ ਜੋ ਨਾਮ ਵਿਸਾਰੇ, ਗੁਰਬਾਣੀ ਕਹਿੰਦੀ ਸਾਖਤੋਂ ਜਿਹਨੇ ਰੱਬ ਨੂੰ ਹੀ ਭੁਲਾ ਦਿੱਤਾ ਹੈ, ਜਿਹਨੇ ਜ਼ਿੰਦਗੀ 'ਚ ਸਿਰਫ ਤਾਂ ਸਿਰਫ ਦੁਨੀਆ ਨੂੰ ਮੁੱਖ ਰੱਖਿਆ ਹੋਇਆ ਹੈ। ਸਾਹਿਬ ਜੀ ਕਹਿੰਦੇ ਨੇ ਕਿ ਗ੍ਰਹਿ ਸਾਖਤ 36 ਪ੍ਰਕਾਰ ਤੇ ਬਿਖੂ ਸਮਾਨ। ਸਾਖਤ ਮਨੁੱਖ ਦੇ ਘਰ ਦੇ 36 ਪ੍ਰਕਾਰ ਦੇ ਭੋਜਨ ਵੀ ਜ਼ਹਿਰ ਵਰਗੇ ਹੁੰਦੇ ਨੇ। ਸਤਿਗੁਰੂ ਜੀ ਨੇ ਇਹੀ ਤੇ ਗੱਲ ਕਹੀ ਸੀ ਮਲਕ ਭਾਗੋ ਨੂੰ, ਮਲਕ ਭਾਗੋ ਤੇਰੇ ਵਰਗਿਆਂ ਦੇ ਮਾਲ ਪੂੜੇ ਖਾ ਕੇ ਮਨੁੱਖ ਦੀ ਮੱਤ ਭ੍ਰਿਸ਼ਟ ਹੋ ਜਾਂਦੀ ਹੈ, ਕਿਉਂਕਿ ਤੇਰੇ ਇਹਨਾਂ ਮਾਲ ਪੂੜਿਆਂ 'ਚ ਗਰੀਬਾਂ ਦਾ ਖੂਨ ਹੈ। ਤੂੰ ਗਰੀਬਾਂ ਦੀ ਦਸਾਂ ਨੌਵਾਂ ਦੀ ਕਿਰਤ ਨੂੰ ਲੁੱਟਿਆ ਹੋਇਆ। ਪਰ ਭਾਈ ਲਾਲੋ ਜੀ ਦੀਆਂ ਸੁੱਕੀਆਂ ਰੋਟੀਆਂ ਖਾ ਕੇ ਮਨ ਪਵਿੱਤਰ ਹੁੰਦਾ ਹੈ। ਇਹ ਦੁੱਧ ਵਰਗੀਆਂ ਨੇ, ਇਹਨਾਂ 'ਚ ਦੁੱਧ ਭਰਿਆ ਪਿਆ, ਭਾਵ ਇਹ ਅੰਨ ਜਿਹੜਾ ਪਵਿੱਤਰ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਖਤ ਦੇ ਘਰ ਦੇ 36 ਪ੍ਰਕਾਰ ਦੇ ਭੋਜਨ ਵੀ ਜ਼ਹਿਰ ਵਰਗੇ ਨੇ, ਉਹ ਤੁਹਾਡੀ ਮੱਤ ਨੂੰ ਮਾਰ ਦੇਣਗੇ। ਸਿਆਣੇ ਕਹਿੰਦੇ ਜੈਸਾ ਅੰਨ ਤੈਸਾ ਮਨ। ਜਿਹੋ ਜੀ ਤੁਹਾਡੀ ਕਿਰਤ ਹੈ ਰੋਟੀ ਪਾਣੀ, ਮਨ ਦੀ ਅਵਸਥਾ ਤੇ ਉਹ ਬਣਨੀ ਹੈ। ਤੁਸੀਂ ਬਾਹਰੋਂ 100 ਯਤਨ ਕਰੋ, ਪਰ ਤੁਹਾਡਾ ਅੰਨ ਕਿਹੋ ਜਿਹਾ ਇਹ 'ਤੇ ਵੀ ਡਿਪੈਂਡ ਕਰਦਾ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਵਾਰ-ਵਾਰ ਇਹ ਗੱਲ ਕਹੀ ਹੈ ਕਿ ਸਾਧੂ ਕੀ ਸੰਗਤ ਕਰੋ ਦਿਨ ਦਿਨ ਦੂਣਾ ਹੇਤ, ਸਾਖਤ ਕਾਰੀ ਕਾਮਰੀ ਧੋਏ ਹੋਏ ਨਾ ਸੇਤ। ਭਗਤ ਕਬੀਰ ਸਾਹਿਬ ਜੀ ਕਹਿੰਦੇ ਬੰਦਿਆ, ਰੱਬੀ ਪਿਆਰਿਆਂ ਦੀ ਸੰਗਤ 'ਚ ਬੈਠਿਆ ਕਰ। ਤੂੰ ਜਿਉਂ ਬੈਠੇਗਾ ਨਾ, ਜਿਉਂ ਬੈਠੇਗਾ, ਆਏ ਦਿਨ ਤੇਰੇ ਮਨ 'ਚ ਪ੍ਰਮਾਤਮਾ ਦਾ ਪਿਆਰ ਵੱਧਦਾ ਜਾਏਗਾ, ਤੇਰੀ ਅਵਸਥਾ ਉੱਚੀ ਬਣਦੀ ਚਲੀ ਜਾਏਗੀ। ਦਿਨ ਦਿਨ ਦੂਣਾ ਹੇਤ, ਹਰ ਦਿਨ ਤੇਰੇ ਅੰਦਰ ਦੁਗਣਾ ਪਿਆਰ ਪ੍ਰਮਾਤਮਾ ਦਾ ਜਾਗੇਗਾ। ਪਰ ਸਾਖਤ ਕਾਰੀ ਕਾਮਰੀ ਧੋਏ ਹੋਏ ਨਾ ਸੇਤ। ਸਾਖਤ ਦਾ ਇੱਕ ਕਾਲੀ ਕੰਬਲੀ ਵਾਂਗੂ ਹੈ। ਕਾਲੀ ਕੰਬਲੀ ਨੂੰ ਜਿੰਨਾ ਮਰਜ਼ੀ ਧੋ ਲਓ, ਉਹ ਕਦੀ ਚਿੱਟੀ ਨਹੀਂ ਹੁੰਦੀ, ਉਹ ਕਾਲੀ ਹੀ ਰਹੇਗੀ।
ਸਾਖਤ ਬੰਦਾ ਉਹਨੂੰ ਜਿੰਨੇ ਮਰਜ਼ੀ ਉਪਦੇਸ਼ ਦੇ ਲਓ, ਜਿੰਨਾ ਮਰਜ਼ੀ ਗਿਆਨ ਦੇ ਲਓ, ਜਿੰਨਾ ਮਰਜ਼ੀ ਉਹਨੂੰ ਤੁਸੀਂ ਝਿੜਕ ਲਓ, ਜਿੰਨਾ ਮਰਜ਼ੀ ਸਮਝਾ ਲਓ, ਉਹ ਜ਼ਿੰਦਗੀ ਅੰਦਰ ਸਿੱਧੇ ਕੰਮ ਨਹੀਂ ਕਰ ਸਕਦਾ। ਸਾਖਤ ਦਾ ਸੁਭਾਅ ਹੀ ਇਹ ਹੈ ਕਿ ਉਸਨੇ ਉਲਟ ਚੱਲਣਾ। ਅੰਮ੍ਰਿਤ ਕੌੜਾ ਬਿਖਿਆ ਮੀਠੀ, ਸਾਖਤ ਕੀ ਬਿਧ ਨੈਣੋ ਡੀਠੀ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਸਾਖਤ ਮਨੁੱਖ ਦੀ ਜਿਉਣ ਦੀ ਜੁਗਤੀ ਦੇਖੀ ਅਸੀਂ ਕਿ ਉਹਨੂੰ ਅੰਮ੍ਰਿਤ ਕੌੜਾ ਲੱਗਦਾ, ਉਹਨੂੰ ਚੰਗੀਆਂ ਗੱਲਾਂ ਕੌੜੀਆਂ ਲੱਗਦੀਆਂ ਨੇ, ਉਹਨੂੰ ਚੰਗੇ ਕੰਮ ਮਾੜੇ ਲੱਗਦੇ ਨੇ, ਲੇਕਿਨ ਉਹਨੂੰ ਜ਼ਹਿਰ ਜਿਹੜੀ ਹੈ ਉਹ ਮਿੱਠੀ ਲੱਗਦੀ ਹੈ। ਸਾਖਤ ਹਮੇਸ਼ਾ ਹੀ ਜ਼ਿੰਦਗੀ ਦੀ ਜੋ ਧਾਰਾ ਹੈ ਉਹਦੇ ਤੋਂ ਉਲਟ ਚੱਲਦਾ ਹੈ, ਵਿਪਰੀਤ ਚੱਲਦਾ ਹੈ। ਕਾਰਨ ਇਹ ਹੈ ਕਿ ਨੀਵੇਂ ਪਾਸੇ ਜਾਣਾ ਹੈ ਬੜਾ ਸੌਖਾ ਹੈ। ਤੁਸੀਂ ਪਹਾੜ ਤੋਂ ਹੇਠਾਂ ਉਤਰਨਾ ਹੋਏ ਨਾ, ਐਨ ਭੱਜਾ ਹੀ ਜਾਂਦਾ ਬੰਦਾ। ਕਿਤੇ ਕੋਈ ਕਾਰ ਗੱਡੀ ਹੋਏ ਤੁਹਾਡੇ ਕੋਲ, ਤੁਸੀਂ ਬ੍ਰੇਕਾਂ ਖੁੱਲੀਆਂ ਛੱਡ ਦਿਓ, ਕਾਰ ਭੱਜੀ ਜਾਏਗੀ, ਸਗੋਂ ਤੁਹਾਨੂੰ ਰੋਕਣੀ ਔਖੀ ਹੋ ਜਾਏਗੀ। ਨਿਵਾਣ ਨੂੰ ਜਾਣਾ ਸੌਖਾ ਹੈ, ਪਰ ਉੱਚੇ ਪਾਸੇ ਜਾਣਾ ਔਖਾ ਹੈ। ਉੱਥੇ ਜ਼ੋਰ ਲੱਗਦਾ ਹੈ, ਉੱਥੇ ਤਾਕਤ ਲੱਗਦੀ ਹੈ। ਜ਼ਿੰਦਗੀ 'ਚ ਨੀਵੇਂ ਬੰਨੇ ਜਾਣਾ ਉਹ ਤੇ ਕੰਮ ਹੈ ਹੀ ਬੜਾ ਸੌਖਾ ਹੈ। ਲੇਕਿਨ ਜੇ ਤੁਸੀਂ ਜ਼ਿੰਦਗੀ ਅੰਦਰ ਆਪਣੀ ਸੁਰਤ ਨੂੰ ਉੱਚੇ ਬੰਨੇ ਲਗਾਉਣਾ, ਚੰਗੇ ਬੰਨੇ ਲਗਾਉਣਾ, ਜੇ ਜ਼ਿੰਦਗੀ 'ਚ ਤੁਸੀਂ ਮਹਾਨ ਬਣਨਾ ਹੈ ਤੇ ਉਹਦੇ ਲਈ ਤਾਂ ਯਤਨ ਕਰਨਾ ਪੈਂਦਾ, ਉਹਦੇ ਲਈ ਤਾਂ ਮਿਹਨਤ ਕਰਨੀ ਪੈਂਦੀ, ਉਹਦੇ ਲਈ ਤਾਂ ਜ਼ੋਰ ਲੱਗਦਾ ਹੀ ਹੈ। ਔਗਣ ਕਰਨੇ ਸੌਖੇ ਨੇ, ਲੇਕਿਨ ਜ਼ਿੰਦਗੀ ਦੇ ਅੰਦਰ ਬੁਰਾਈਆਂ ਕਰਨੀਆਂ ਜਿਹੜੀਆਂ ਨੇ, ਚੰਗੇ ਕੰਮ ਕਰਨੇ ਜਿਹੜੇ ਨੇ ਉਹ ਔਖੇ ਨੇ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਬੰਦਿਆ, ਜ਼ਿੰਦਗੀ ਅੰਦਰ ਸਾਖਤਾਂ ਦੀ ਸੰਗਤ ਤੋਂ ਬਚ ਕੇ ਰਹਿ। ਭਾਈ ਗੁਰਦਾਸ ਜੀ ਨੇ ਇੱਕ ਕਵਿਤ ਲਿਖਿਆ ਆਪਣੀ ਪਵਿੱਤਰ ਰਚਨਾ ਦੇ ਅੰਦਰ, ਕਹਿਣਗੇ ਕਿਸੇ ਰੱਬ ਦੇ ਪਿਆਰੇ ਦੇ ਨਾਲ ਪਾਇਆ ਹੋਇਆ ਪਿਆਰ ਇਵੇਂ ਹੈ ਜਿਵੇਂ ਬੱਕਰੀ ਘਰ 'ਚ ਪਾਲ ਲਓ। ਬੱਕਰੀ ਜਿਹੜੀ ਹੈ ਨਾ ਹਮੇਸ਼ਾ ਬੰਦੇ ਨੂੰ ਸੁੱਖ ਹੀ ਦਿੰਦੀ ਹੈ। ਦੁੱਧ ਵੀ ਪੀ ਲਓ, ਉਹਦੇ ਬੱਚੇ ਵੀ ਜਵਾਨ ਹੋ ਜਾਂਦੇ, ਖਾਣ ਵਾਲੇ ਉਹਦਾ ਮਾਸ ਵੀ ਖਾਈ ਜਾਂਦੇ, ਉਹਦਾ ਚੰਮ ਵੀ ਕੰਮ ਆ ਜਾਂਦਾ ਹੈ, ਇੱਕ ਇੱਕ ਚੀਜ਼ ਉਹਦੀ ਕੰਮ ਆ ਜਾਂਦੀ ਹੈ। ਪਰ ਮਨਮੁਖ ਨਾਲ ਪਾਇਆ ਹੋਇਆ ਪਿਆਰ ਇਵੇਂ ਹੈ ਜਿਵੇਂ ਘਰ 'ਚ ਸੱਪ ਪਾਲ ਲਏ ਹੈ। ਸੱਪ ਨੂੰ ਤੁਸੀਂ ਦੁੱਧ ਵੀ ਪਿਆਈ ਜਾਓ, ਸੱਪ ਕਦੀ ਕਿਸੇ ਦਾ ਮਿੱਤਰ ਨਹੀਂ ਬਣਦਾ। ਕੱਲ੍ਹ ਹੀ ਮੈਂ ਇੱਕ ਪੜ੍ਹ ਰਿਹਾ ਸਾਂ ਲੇਖ, ਕਿਸੇ ਬੀਬੀ ਨੇ, ਕਿਉਂਕਿ ਪ੍ਰਦੇਸ਼ਾਂ ਦੇ ਅੰਦਰ ਬੜੇ ਬੜੇ ਅਵਲੇ ਸ਼ੌਂਕ ਨੇ ਲੋਕਾਂ ਦੇ, ਇੱਥੇ ਵੀ ਆ ਗਏ ਨੇ, ਉਹ ਘਰ 'ਚ ਸੱਪ ਰੱਖਿਆ ਹੋਇਆ ਸੀ, ਬੜਾ ਵੱਡਾ ਅਜਗਰ ਰੱਖਿਆ ਹੋਇਆ ਸੀ, ਔਰ ਉਹ ਅਜਗਰ ਜਿਹੜਾ ਸੀ ਬੜਾ ਤਗੜਾ ਸੀ। ਉਹਨੇ ਰੋਟੀ ਖਾਣਾ ਪੀਣਾ ਬੰਦ ਕਰਤਾ, ਜੋ ਵੀ ਉਹਨੂੰ ਖੁਰਾਕ ਸੀ ਖਾਣੀ ਬੰਦ ਕਰ ਦਿੱਤੀ। ਉਹ ਬੀਬੀ ਉਹਨੂੰ ਡਾਕਟਰ ਕੋਲ ਲੈ ਕੇ ਗਈ। ਡਾਕਟਰ ਨੇ ਇੱਕ ਗੱਲ ਕਹੀ ਕਿ ਇਹ ਤੇਰੇ ਕੋਲ ਹੀ ਸੌਂਦਾ ਹੈ? ਉਹ ਕਹਿਣ ਲੱਗੀ ਜੀ। ਉਹ ਕਹਿਣ ਲੱਗਾ ਤੈਨੂੰ ਇਹ ਵਿਲੇਟ ਵੀ ਮਾਰਦਾ ਹੈਗਾ? ਕਹਿੰਦੀ ਜੀ। ਕਹਿਣ ਲੱਗਾ ਇਹ ਹੁਣ ਦਰਅਸਲ ਭੁੱਖਾ ਰਹਿ ਕੇ ਤਿਆਰੀ ਕਰ ਰਿਹਾ ਤੈਨੂੰ ਨਿਗਲਣ ਦੇ ਲਈ, ਇਹ ਤੇਰਾ ਮਿੱਤਰ ਨਹੀਂ ਬਣ ਸਕਦੇ। ਭੁੱਖਾ ਰਹਿ ਕੇ ਤਿਆਰੀ ਕਰ ਰਿਹਾ ਹੈ ਕਿ ਤੈਨੂੰ ਇਹ ਨਿਗਲ ਸਕੇ। ਸੱਪ ਕਦੀ ਕਿਸੇ ਦਾ ਮਿੱਤਰ ਨਹੀਂ ਬਣਦਾ। ਭਾਈ ਸਾਹਿਬ ਜੀ ਕਹਿੰਦੇ ਘਰ 'ਚ ਸੱਪ ਪਾਲ ਲਓ, ਉਹਨੇ ਤੇ ਜ਼ਹਿਰ ਤਿਆਗਣੀ ਨਹੀਂ, ਉਹਨੂੰ ਭਾਵੇਂ ਦੁੱਧ ਵੀ ਸੱਪੈ ਦੁੱਧ ਪਿਆਈਏ ਨਾ ਵੇਹੋ ਤਿਆਗੇ। ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆ ਲਓ, ਉਹ ਕਦੀ ਜ਼ਹਿਰ ਨਹੀਂ ਤਿਆਗੇਗਾ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਥਾਂ ਥਾਂ ਤੇ ਸਾਨੂੰ ਇੱਕ ਪ੍ਰੇਰਣਾ ਕੀਤੀ, ਉਲਟੀ ਰੇ ਮਨ ਉਲਟੀ ਰੇ, ਸਾਖਤ ਸਿਉ ਕਰ ਉਲਟੀ ਰੇ। ਸਾਖਤ ਤੋਂ ਉਲਟ ਚੱਲ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਸ ਪਵਿੱਤਰ ਮੁਖ ਵਾਕ ਦੇ ਰਾਹੀਂ ਸਾਖਤਾਂ ਦੀ ਗੱਲ ਕਰਕੇ ਸਾਨੂੰ ਸਤਿਪੁਰਖਾਂ ਦੀ ਸੰਗਤ ਵਿੱਚ ਬੈਠਣ ਦੀ ਪ੍ਰੇਰਣਾ ਦੇ ਰਹੇ ਨੇ। ਸਤਿਪੁਰਖਾਂ ਦੀ ਸੰਗਤ ਦੀ ਕੀ ਵਡਿਆਈ ਹੈ। ਸਾਖਤਾਂ ਦੀ ਸੰਗਤ ਵਿੱਚ ਬੈਠ ਕੇ ਅਸੀਂ ਕਿੰਨਾ ਘਾਟੇ 'ਚ ਚਲੇ ਜਾਂਦੇ ਹਾਂ, ਕਿੰਨਾ ਸਾਨੂੰ ਨੁਕਸਾਨ ਹੁੰਦਾ ਹੈ। ਜੋ ਗਿਆਨ ਸਤਿਗੁਰੂ ਜੀ ਨੇ ਬਖਸ਼ਿਆ ਹੈ, ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ 'ਚ ਜੁੜਦੇ ਹਾਂ, ਮਨ ਬਿਰਤੀਆਂ ਨੂੰ ਟਿਕਾਉਂਦੇ ਹਾਂ, ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੈਰੋਂ ਮਹਿਲਾ ਪੰਜਵਾਂ, ਜੇ ਸੋ ਲੋਚ ਲੋਚ ਖਾਵਾਇਆ। ਗੁਰੂ ਕੇ ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1136 ਅਤੇ 36 ਤੇ ਸੁਭਾਈਮਾਨ ਨੇ। ਮੁੱਖ ਵਾਕ ਦੇ ਜੋ ਕੇਂਦਰੀ ਬਚਨ ਨੇ ਕਿ ਸੰਤ ਜਨਾ ਕੀ ਲੇਹ ਮਤੇ, ਸਾਧ ਸੰਗ ਪਾਵੋ ਪਰਮ ਗਤੇ। ਬੰਦਿਆ ਜ਼ਿੰਦਗੀ ਅੰਦਰ ਚੰਗੇ ਪੁਰਖਾਂ ਦੀ ਮੱਤ ਲਿਆ ਕਰ, ਰੱਬੀ ਪਿਆਰਿਆਂ ਦੀ ਮੱਤ ਗ੍ਰਹਿਣ ਕਰਿਆ ਕਰ। ਤੂੰ ਸਾਧ ਸੰਗਤ ਵਿੱਚ ਬੈਠੇਗਾ ਤੈਨੂੰ ਪਰਮ ਗਤੀ ਮਿਲੇਗੀ। ਗੁਰਬਾਣੀ ਕਹਿੰਦੀ ਹੈ ਜਿਨ੍ਹਾਂ ਨੇ ਸਤ ਸੰਗਤ ਨਾਲ ਸਾਂਝ ਪਾ ਲਈ ਉਹ ਤੇ ਬਹੁਤ ਵੱਡੇ ਭਾਗਾਂ ਵਾਲੇ ਨੇ।
पर जेड़े सत संगत नाल टुट के जो सतगुर शरण संगत नहीं आए, त्रिग जीवे त्रिग जीवास, जिन हर जन सतगुर संगत पाई, तिन तुर मस्तिक लिखिया लिखास, तन तन सत्संग जित हरस पाया, मिल जन नानक नाम प्रगास। सत संगत धन है, जिथे बैठ के सानू वाहिगुरु जी की गल सुनने का मौका मिलता है, जिथे बैठ के हरी रस नूं मनण का मौका मिलता है। सत संगत कितनी महान है। साडे सतगुरु जी ने तो वड्डे पद्धर ते सत संगत की वडियाई की। सानू पहला बचन ही यह है कि जे तुसी जिंदगी अंदर सुख चाहते हो, फिर होए एकत्र मिलो मेरे भाई, दुविधा दूर करो मेरे लिव लाए, हर नामे के होवो जोड़ी, गुरमुख बैसो सभा विसाए। सतगुरु जी कहते जे सुख चाहते इकट्ठे होके बैठो, नाम दे नाल प्यार करो, नाम की चर्चा करो। सतगुरु जी यही गल क्या करते सन, भाई सत संगत करिया करो, सत संगत नाल सांझ पाओ। ਜਿਹੜੇ सत संगत विच आ गए उन्हां दे वड्डे भाग ने। वड भागी हर संगत पावे, भागहीन भ्रम चोटां खावे, बिन भागां सत संग न लभै, बिन संगत मैल भरीजे जियो। सत संगत तो बिना साडे मन की मैल लथ नहीं सकती। इवें कह लो कि तुसीं इशनान ना करो ते कहो जी शरीर की मैल लथ जे, चलो कपड़ियां नाल झाड़ीए मैल लह जाए, इधर उधर फिर के मैल लह जाए, बिल्कुल नहीं लथेगी। ਉਹਦੇ ਲਈ ਸਾਨੂੰ ਸਰੀਰਕ ਤੌਰ ਤੇ ਇਸ਼ਨਾਨ ਕਰਨਾ ਪਏਗਾ ਨਾ, ਸਰੀਰ ਦੀ ਮੈਲ ਉਤਾਰਨ ਦੇ ਲਈ। ਰੋਜ਼ ਆਪਾਂ ਇਸ਼ਨਾਨ ਇਸੇ ਕਰਕੇ ਕਰਦੇ ਆਂ, ਸਰੀਰ ਤੰਦਰੁਸਤ ਰਹੇ, ਸਰੀਰ ਮੈਲ ਤੋਂ ਰਹਿਤ ਰਹੇ। ਬਿਲਕੁਲ ਜਿਵੇਂ ਫਿਰਦਿਆਂ ਤੁਰਦਿਆਂ ਸਰੀਰ ਨੂੰ ਮੈਲ ਲੱਗਦੀ ਹੈ, ਮਿੱਟੀ ਘੱਟਾ ਡਸਟ ਲੱਗਦੀ ਹੈ, ਜੇ ਅਸੀਂ ਨਹੀਂ ਇਸ਼ਨਾਨ ਕਰਾਂਗੇ ਸਰੀਰ ਰੋਗੀ ਹੋ ਜਾਏਗਾ। ਸਹਿਜੇ ਸਹਿਜੇ ਚਮੜੀ ਦੇ ਕਈ ਰੋਗ ਸਾਨੂੰ ਲੱਗ ਜਾਣਗੇ। ਦੇਖੋ ਆਪਾਂ ਘਰ ਜਾਂਦੇ ਪਹਿਲਾਂ ਹੱਥ ਧੋਨੇ ਆ, हथ धोने का अर्थ है कि हथ साफ हो जाए, खाना पीना कितने रोग ही ना को आ जाए साडे च। बिल्कुल जो असीं तुरे फिरदे हैं, जिधर भी जाने हैं, बैठे उठते साडी सुरत भी सफर कर रही है। एक शरीर का मार्ग है, एक सुरत का मार्ग है। शरीर भी मार्ग ते चले तो मिट्टी घट्टा डस्ट लगती है, उन्होंने धोना पैंदा है। सुरत जिहड़ी ये भी चलती है किसी मार्ग ते, बैठे बैठे सुरत कदी घर चलेगी, किते बाहर चलेगी, कदी किते चलेगी, देश प्रदेश चलेगी, चंगियां माड़ियां ख्यालों वाल चलेगी, कई फुरने पैदा होंदे ने। ये सुरत का मार्ग है। सुरत जिस बन्ने जाएगी, सुरत दे उपर वो असर पेगा। सुरत माड़े बंदे नूं चेते करेगी, माड़े दा असर पेगा, माड़ियां गल्लां नूं चेते करेगी, माड़ा असर पेगा। इस करके जो सुरत दे अंदर मैल लगदी है, उन्होंने भी तो उतारन की लोड़ है ना। ਉਹਨੂੰ ਉਤਾਰਨ ਦੇ ਲਈ ਇੱਕੋ ਇੱਕ ਸਾਧਨ ਸਾਡੇ ਸਤਿਗੁਰੂ ਜੀ ਨੇ ਦਿੱਤਾ ਹੈ, ਸਤ ਸੰਗਤ। ਜੋ ਸੰਤ ਸਰੋਵਰ ਨਹਾਵੈ ਸੋ ਜਨ ਪਰਮਗਤ ਪਾਵੈ, ਮਰੈ ਨ ਆਵੇ ਜਾਈ, ਹਰ ਹਰ ਨਾਮ ਤੇ ਆਈ। ਗੁਰਦੇਵ ਕਹਿੰਦੇ ਜਿਹੜਾ ਸਤ ਸੰਗਤ ਰੂਪ ਸਰੋਵਰ 'ਚ ਇਸ਼ਨਾਨ ਕਰਦਾ ਉਹ ਪਰਮਗਤੀ ਨੂੰ ਪ੍ਰਾਪਤ ਕਰ ਲੈਂਦਾ। ਸਤ ਸੰਗਤ ਦੇ ਇਸ਼ਨਾਨ ਦਾ ਅਰਥ ਹੈ ਕਿ ਆਪਣੀ ਸੁਰਤ ਨੂੰ ਸੱਚ ਦੇ ਨਾਲ ਜੋੜਨਾ, ਸੁਰਤ ਨੂੰ ਬਾਣੀ ਨਾਲ ਜੋੜਨਾ। ਔਰ ਸੁਰਤ ਨੂੰ ਬਾਣੀ ਨਾਲ ਜੋੜਨ ਦੇ ਲਈ सब तो वधिया साधन है सत संगत। हाँ, जो सत संगत विच आके सानू सुरत जोड़न का अभ्यास आ गया, प्रैक्टिस हो गई, फिर असीं काम करदियां भी जुड़े रहांगे। जो भी करांगे सुत्तियां जागदियां फिरदियां तुरदियां जुड़े रहांगे। फिर ते हाथ पांव कर काम सब चीत निरंजन नाल। पर उहदे लई सब तो वधिया सुंदर लैबोरेटरी है सत संगत। जिहड़े सत संगत विच जुड़ गए वो सदा ही जुड़े रहिंदे ने, ਜਿਹੜੇ सत संगत विच नहीं जुड़ सके वो किते जुड़ नहीं सकणगे। इस करके सानू साडे सतगुरु जी ने कहा, भाई संत जना की लिहो मत है। जिंदगी अंदर रब दे संतां दी, प्रभु प्यारियां दी मत लिया कर, उन्हां दे बचन सुनिया कर, उन्हां दी अकल नूं ग्रहण कर। साध संग पावो परम गते, जे तू साध संगत नाल सांझ पा लेगा। देखो गति सुरत दी होनी है, मन दी होनी है, शरीर दी कोई गति नहीं होनी। क्योंकि एक भरम है, प्राणी चढ़ाई कर गया, उसकी स्वाह चुक के सी कि फलाने थां पाओ गति हो जाएगी। स्वाह दे नाल गति का कोई संबंध नहीं है। कोई मिट्टी च दब दिंदे ने कि उन्हां दी गति नहीं होंदी, कई विचारे इधर उधर रुल जाते कि उन्हां दी गति नहीं होंदी। गति का संबंध जिहड़ा है वो इस नाल नहीं है कि तुसीं उहदे शरीर नूं किवें संभालिया है। वो चंगी गल है कि शरीर की संभाल होनी चाहिए है, पर कोई ये कहे कि शरीर तो बाद ਉਹਦੀ ਸਵਾਹ ਨੂੰ ਕਿਸੇ ਖਾਸ ਥਾਂ ਤੇ ਪਾ ਦੋ ਗਤੀ ਹੋ ਜਾਏਗੀ, ਤੇ ਕੰਮ ਹੀ ਬੜਾ ਸੌਖਾ ਹੈ। ਸਾਰੀ ਜ਼ਿੰਦਗੀ ਔਗਣ ਕਰਦਾ ਰਹੇ ਬੰਦਾ, ਮਰਨ ਤੋਂ ਬਾਅਦ ਉਹਦੀਆਂ ਅਸਥੀਆਂ ਚੁੱਕ ਕੇ ਹਰਿਦੁਆਰ ਪਾ ਦੋ ਗਤੀ ਹੋ ਗਈ, ਕੀਰਤਪੁਰ ਪਾ ਦੋ ਗਤੀ ਹੋ ਗਈ, ਤੇ ਕੰਮ ਹੀ ਬੜਾ ਸੌਖਾ ਹੈ। ਇਸੇ ਕਰਕੇ ਧਰਤੀ ਤੇ ਔਗਣ ਬਹੁਤੇ ਪਸਰ ਗਏ
क्योंकि धार्मिक लोगों ने कुछ ਇਹੋ ਜਿਹੀਆਂ ਗੱਲਾਂ प्रचार ਦਿੱਤੀਆਂ जिन्हां ਨਾਲ देख के ਜਿਹੜੇ ਔਗਣਾ ਕਰਨ ਵਾਲੇ ਸਨ ਉਹਨਾਂ ਨੂੰ ਹੌਸਲਾ ਮਿਲਿਆ कि मरण तो बाद पाठ तो रख ही देना, कोई गल नहीं, ਜਾਂ पाठ रख के असीं भुलना बख्शा लवांगे। ਇਹਦਾ मतलब ਇਹ ਹੋਇਆ ਵੀ ਆਪਾਂ पाप करके ਤੇ इधर पाठ कर लिए भुलना बख्शियां जाणगीਆਂ? नहीं, गति का संबंध सुरत दे नाल है। सुरत साडी औगणा तो मुक्त होए, सुरत साडी बुराइयां तो मुक्त होए, सुरत साडी विकारां तो मुक्त होए, चिंता तो मुक्त होए, इनू किया जाता है उच्ची गत, उच्ची अवस्था। सतगुरु साहिब जी कहते बंदे साध संग पाओ परम गति। बाबा कबीर साहब जी कहते देखो गंगा है ना, हिंदू मत का तीर्थ स्थान है, बड़ी आस्था है हिंदू वीरां दी गंगा ते। गंगा की उदाहरण दी उन्होंने। गंगा दे विच कई नदियां नाले डिगदे ने, कई माड़े ने कई चंगे भी ने। वो जेड़े भी नदियां नाले गंगा च डिग जाणगे उन्होंने सारे नूं गंगा ही किया जाता है। बिल्कुल सत संगत विच जेड़ा भी बंदा आ जाएगा वो जिंदगी च भावें अवगुण करता रहा, बुराइयां करता रहा, पर जे सत संगत नाल दी सांझ पै गई, सत संगत दे रहे परम गति नूं प्राप्त हो जाएगा। गुरु अर्जन देव जी ने बड़े प्यारे वचन कहे, परम गति नूं प्राप्त करने की जुगत की है। कहने लगे गोबिंद 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 संग नाम देओ मन लीना, आठ दाम को छिपरो होयो लाखीना, बुनना तन्ना त्याग के प्रीत चरण कबीरा, नीच कुलां ज्वलाहरो भयो गुणी गहीरा, रविदास टवंता ढोर नीत तिन त्यागी माया, प्रगट हुआ साध संग तिन दर्शन पाया। रविदास साहब जी, नामदेव साहब जी, कबीर साहब जी, धन्ना साहब जी, सैन जी, जितने भी महापुरख होए ने, प्रगट हुआ साध संग, साध संगत दे रही उन्होंने वडियाई मिली है। कि गुरबाणी विच सतगुरु जी ने बचन के मेरे माधो जी सत संगत मिले सो तरिया, जेड़े सत संगत नाल मिल गए। एक तो है शरीर करके संगत च आउणा, जो बहुत ही भागां दी गल है, वड्डे भागियां नूं प्राप्त हुंदा है, आउणा जरूरी है। पर शरीर आउण नाल ही गल नहीं बननी जे सुरत जिहड़ी है वो बाणी नाल नहीं जुड़ी। जे सुरत गैर हाजिर है, शरीर गुरद्वारे बैठा, गल थोड़ा बनेगी। इस करके सुरत जोड़नी पैगी। जदों साडी सुरत भी सत नाल जुड़ गई उदों की होएगा, वो सुरत तर जाएगी। तरद अर्थ जिहड़ी साडी सुरत चिंता च गोते खा रही है, अनेकां बुराइयां सानू चंबड़ियां होईयां ने, सुरत नूं सत संगत नाल जुड़न करके साडी सुरत उन्हां तो मुक्त हो जाएगी, वो मैल लथ जाएगी। गुरु बाबा जी ने सानू मैल लाउण दी प्रेरणा की कि माघ मज्जन संग साधुआं तूड़ी कर इशनान, हर का नाम ध्याए सुन सबना नो कर दान। वो बंदे आ साधुआं दी संगत विच आके इशनान करिया कर, चरण धूड़ी च इशनान करिया कर। साधुआं दी संगत इशनान दा अर्थ यह है कि सतपुरखां दे बचन सुन, रब दी याद विच, रब दे प्यार विच जुड़। इस करके जदों तू इत्थे आएगा तेरे जन्म कर्म मल उतरे, मन ते जाए गुमान। तेरे जन्म जन्मांतरां दी मैल लथ जाएगी, तेरे अंदरों हंकार मिट जाएगा। जो संत सरोवर च इशनान करदा है वो परम गति नूं प्राप्त हो जाता है। सतगुरु साहिब जी कहते बंदिया सतपुरखां कोल बैठ, उन्हां दी संगत कर, उन्हां दे बचन सुन, ते तैनूं साध संगत विच आके परम गति मिल जाएगी। आरंभ तो सतगुरु जी ने बचन कहे, जे सौ लोच लोच खावाया, साकत हर हर चीत न आया। बंदा कई बार सोचता है ठीक है सारी दुनिया रब दी बनाई, को माड़ा नहीं है। गुरमत ने किसी नूं नफरत करने की गल नहीं कही, पर कई बार आपां सतपुरखां दी संगत विच बहुता नहीं बैठते ते दुनियावी जां इवें कह लो रब नालों टुटिया होइयां दीयां गल्लां बड़े चाह दे नाल सुणदे, सोचदे असीं चंगे हाँ, कोई गल नहीं, ये इदां ते असीं चंगे हाँ। चंगे होना चंगी गल है, पर सतगुरु जी कहंदे भाई गल एक ये है कि तुसीं 100 यतन कर लो, 100 यतन। जे 100 लोच लोच खवाया, 100 वारी तुसीं चाहो कि बुरे बंदे नूं असीं चंगे बना लवांगे, उहदे कोल बैठ के बना लवांगे। साकत बंदा जिहड़ा है ना, उहनूं तुसीं 100 वारी रब नाल जोड़न दा यतन करो, उहदे मूँह च बदो बदी रब दे नाम नूं तुसीं पाओ, पर साकत हर हर चीत ना आया। साकत बंदे नूं फिर भी रब दा नाम चेते नहीं आउंदा, उहदी सुरत अंदर नाम वसदा नहीं है। तुसीं 100 यतन करो। साकत दा सुभाਅ जिहड़ा है वो बिल्कुल इदां है जिवें
बाबा कबीर साहब जी ने कहा साकत कारी कामरी धोए होए ना सेत। काली कंबली नूं जिन्ना मर्जी धो लो वो कदी चिट्टी नहीं हो सकती, वो काली ही रहेगी। तो बाबा कबीर साहब जी ने एक गल कही, कह लगे साकत संग न कीजिए दूर जाइए भाग, बासन कारो परसिए तो कछ लागे दाग। जिथों तक वस चले न साकत की संगत तो बचना चाहिए। कहन लगे दूर ही रहना चाहिए। जिमें एक काला बर्तन है ना, काला बर्तन, काले बर्तन के कोलों दी भी तुसी लंघ जाओगे तो थोड़ा बहुता दाग तुहाडे कपड़ियां नूं लग ही जाने। बासन कारो परसी है, काले बर्तन तुसी स्पर्श करोगे तो दाग तो लगना ही है। साकत बंदे दे कोल बैठोगे ਉਹਦਾ असर तुहाडे ते पैना ही पैना, ਉਹਦਾ असर तुहाडे लिए दुखदाई हो जाएगा। बाबा कबीर साहब जी ने साकत की संगत नूं इवें कहा, केले निकट ज्यों बेर, ओ झूलै ओ चीरी है साकत संग न हेर। वो साकत की संगत तो इवें है जिवें केले के नेड़े किते बेरी उग जाए। हुण हवा दे नाल बेरी तो झूलदी है अपनी मौज विच, उन्होंने नहीं पता कि मेरे कोल की वापरिया, क्योंकि वह सुभाव है। वो झूलदी है, केले बेचारे दे पत्ते चीरे जाते हैं उहदे कंडियां दे नाल। साकत का सुभाव जिहड़ा है वो बदलिया नहीं जा सकता, बड़ा औखा बदलना है। इस करके वो अपने सुभाव अनुसार चलता है। वो अपने सुभाव अनुसार चलेगा तो जिहड़ा बंदा दूजा है उहदे दिल नूं चीर के रख देवेगा। उहदियां गल्लां, उहदे कर्म, उहदा क्रिया कर्म जिहड़ा है वो तुहाडे ते बुरा प्रभाव पाएगा, तुहानूं दुखी कर देवेगा। इस करके सतगुरु जी कहने तुसीं जिन्ने मर्जी यतन कर लो, जे सौ लोच लोच खा वाया साकत हर हर चीत ना आया। तुसीं 100 वारी ये सोचो कि ये अंदर नाम टिका देवांगे, इनू नाम नाल जोड़ देवांगे, इनू चंगे पासे लगा लवांगे, साडा ये ते असर पै जाएगा। पर साकत बंदे दे चेत अंदर परमात्मा दा प्यार नहीं वसदा, वो अंदरों कोरा रहिंदा है, अंदरों खाली रहिंदा है। साहब जी ने बचन कहे कि ओदी ते हालत यह है कि पाथर को बहु नीर पवाया। पत्थर नूं तुसीं पानी दे नाल धोई जाओ, उहदे उपर पानी पाई जाओ, जिन्ना मर्जी पारी जाओ। पत्थर ते पानी पाउण नाल की हो जाएगा? न भीगै अधक सुकाया। पत्थर तां भिज नहीं जाना, वो तो सुक्का ही रहना, अंदरों तो सुक्का ही रहेगा ना। जिन्ना मर्जी तुसीं यतन कर लो, पत्थर जिहड़ा है वो कभी गिला नहीं हो सकता। बाहरों माड़ा जिहा असर पेगा, मुड़ के वो सुक जाएगा, थोड़ा जिहा असर पेगा। साकत बंदा सत संगत विच भी आ जाए तो उहदे ते असर इहो जिहा पैंदा, इन्ना कोई पैंदा। कलगीधर पातशाह जी ने एक बार एक बड़ी सतगुरु जी का ये सुभाव सी कि बड़ियां ही हास-रस दीयां गल्लां करके जां अनोखियां जिहां गल्लां करके बड़ा वड्डा उपदेश दिया करदे सन। सिखां नूं कहण लगे कि 2-3 बर्तन लियाओ, एक बर्तन च पत्थर पा दिओ, एक बर्तन च मिट्टी पा दिओ, एक बर्तन च पतासे पा दिओ, विच पानी पा दिओ सारियां दे। कुछ चिर बाद सतगुरु जी कहण लगे देखो पत्थर जिहड़े ने घुल गए ने, पत्थर पानी च रल मिल गए ने। सिख कहण लगे महाराज पत्थरां ने की घुलना, पत्थर है गिला होया बाहर कढ़िया तो फिर सुक गया, पत्थर पानी च नहीं घुलदा। महाराज जी मिट्टी जिहड़ी वो घुल गई है पर पानी गंदला हो गया, पानी दा उपर मिट्टी का रंग पै गया, पानी गंदला हो गया। पतासे घुल गए ने पर पानी मिठा हो गया, पानी च कोई रंग नहीं है पर पतासियां का मिठास पानी च आ गई है। सतगुरु जी कहने लगे सिखो 3 तरह के प्राणी ने। एक प्राणी ने पत्थर वर्गे जिहड़े अंदरों टुटे हुए ने, सागत ने, वो सत संगत विच भी आ जाण ते उन्हां दे कोई असर नहीं पैंदा, वो पत्थर वांगू सुक्के ही रहिंदे ने। पाथर को बहु नीर पवाया न भीगे अधक सुकाया। पत्थर ते जिन्ना मर्जी पानी पाई जाओ, पत्थर नूं पानी विच रख दिओ, वो कदी भिजेगा नहीं, वो तो सुक्का ही रहेगा। कलगीधर पातशाह कहण लगे कुछ बंदे कुछ सुभाਅ इहो ਜਿਹੇ ने जिहड़े पत्थर वर्गे हुंदे ने, वो तां सत संगत विच भी आके नहीं बदल सकते, उन्हां ते उपर कोई असर नहीं पएगा। कुछ लोग इहो ਜਿਹੇ ने जिहड़े मिट्टी वर्गे हुंदे ने, वो आउंदे ने सत संगत विच घुल मिल जांदे ने, बड़ा रच मिच जांदे ने, पर अपना प्रभाव छड्डना चाहुंदे ने। तुसीं देखदे आ ये प्रेमी बहुत सेवा करते हैं, बहुत उत्तम गल है।
लेकिन सेवा करदे चाਹੁंदे कि लोगों को असीं नज़र आउंदे रहीए, किते साडा नाम हुंदा रहे, किते साडी चर्चा हुंदी रहे, लोगों को असीं दिसदे रहीए, साडी फोटो सोटो लग जाए, किते टैलीविजन ते भी साडी तस्वीर आ जाए, किते आ जाण भुल के तां कैमरे दे मूहरे हो के बैठणगे, लोगों को पता लगे। यह है मिट्टी वर्गा सुभाਅ। लोगों ते असर पे कि असीं हैगे आ। कई वेख्या कई दरबार साहब मत्था टेकण जाण, वो कैमरे मूहरे उचेचा खड़े हो जाते, तो कई फोन करनगे देखो मैं कैमरे ते खड़ा हाँ। वो असर छड्डना चाहुंदे ने अपना, मिट्टी वर्गा सुभाਅ, लोगों को पता लगे। सतगुरु जी कहेंगे ये सुभाव ही नहीं बनाना, सुभाव बनाना पतासे वर्गा। पतासा पानी च घुल गया पर पानी नूं मिठिया कर दिता, पानी ते अपना रंग नहीं छड्डिया। जिथे भी जाए प्राणी वो उस स्थान ते इन रच मिच जाए कि अपना प्रभाव ना छड्डे, उस स्थान ते अपना प्रभाव ना छड्डे, भाव अपने आप नूं दिखाए ना, चंगे गुणां दा प्रभाव तां पाए पर अपना अडंबर ना करे, अपना उथे अपने आप नूं दिखावे ना, मिट जाए उथे जाके। सतगुरु जी कहते साखत बंदे दा सुभाव हुंदा है पत्थर वर्गा। पत्थर ते जिन्ना मर्जी पानी पाई जाओ वो कदी भिजदा नहीं है, वो कदी गिला नहीं हुंदा, न भीगै अधक सुकाया वो तो सुकिया ही रहिंदा, वो भिजदा नहीं है। खर शास्त्र मूर्ख है सुनाया, साखत जिहड़ा वो मूर्ख हुंदा है, मूर्ख। मूर्ख बंदे नूं तुसीं 6 शास्त्र सुनाई जाओ, धर्म ग्रंथ सुनाई जाओ, जो मर्जी सुना लो। जैसे दह दिस पवन चुलाया, दह दिस का अर्थ हुंदा 10 दिशावां च हवा नहीं चलती, इधरों इधरों उधर तुरी फिरदी हवा। साखत बंदे नूं तुसीं जिन्नियां मर्जी ज्ञान दीयां गल्लां कही जाओ, ਉਹਦੇ ਲਈ ਤੇ हवा वर्गी ही ने, इधर ਨੂੰ आए तो लंघ गई, इधरों आए तो लंघ गई। जिमें पवन चलती है ਉਹਦੇ ਕੋਲੋਂ ਦੀ ਤੇ हवा वांगू ये गल्लां निकल जाणगीਆਂ, ਉਹਦੇ ਤੇ ਕੋਈ प्रभाव नहीं पेगा, ਉਹਨੂੰ ਤੇ हवा वांगू ये लगदियां ने। साखत ਦਾ ਸੁਭਾਅ ਦੱਸ ਰਹੇ ਨੇ कि साखत ਜਿਹੜਾ है ਉਹਨੂੰ ਤੁਸੀਂ 100 ਯਤਨ ਕਰ ਲਓ, ਉਹ ਬੰਦਾ ਕਦੀ ਤੁਹਾਡਾ ਗਿਆਨ ਮੰਨੇਗਾ ਹੀ ਨਹੀਂ, ਉਹ ਤੁਹਾਡੀ ਚੰਗੀ ਗੱਲ ਨੂੰ ਸੁਣੇਗਾ ਹੀ ਨਹੀਂ, ਕਿਉਂਕਿ ਉਹ ਅੰਦਰੋਂ ਉਹ ਇੰਨਾ ਕਠੋਰ ਹੈ, ਟੁੱਟਿਆ ਹੋਇਆ ਹੈ, ਉਹ ਪੱਥਰ ਵਰਗਾ ਹੈ। पत्थर ते जिन्ना मर्जी पानी पाई जाओ पत्थर नहीं भिजेगा। मूर्ख नूं जिन्ने मर्जी शास्त्र सुनाई जाओ। देखो इतिहास दे विच बेअंत उदाहरणां ने। गुरु साहिब जी की संगत विच आके वड्डे वड्डे ठग चोर जिहड़े सन वो रब दे प्यार विच जुड़ गए। जिंदगी दे अंदर जो वाहिगुरू जी ने सानू जीवन धारा दिती है, कई बारी कि उल्ट दिशा नूं चल पैंदे ने और सिर्फ उन्होंने चंगी सेध नहीं मिली, चंगा ज्ञान नहीं मिलिया, चंगी प्रेरणा नहीं मिली, उल्ट पासे भी चलने लिए तो बल लगता है। देखो चोरी करने वाले का कि कोई घट ताकत लगती, किड्डा वड्डा वो खतरा मुल लैके ये काम करता है, किड्डी वो अंदर दृढ़ता है, किन्ना सिदक है वो अंदर कि वह किन्ना खतरा मुल लैके गलत काम करता है, अपने आप को खतरे च पा के। लेकिन जदों उन्होंने सेध मिल जाए, ज्ञान मिल जाए, प्रेरणा मिल जाए, ठोकर लग जाए, फिर उन्ना ही वो ज़्यादा रब वाले बने लग जाता है। कुछ लोग ने जिहड़े गलत पासे चलते हैं, कुछ लोग ने जिहड़े ठीक पासे चलते हैं, तो कुछ जिहड़े विचकाए खड़े चौंक ते किसी बंदे नहीं चले, वो किसी थां जोगे नहीं, ना उधर तुरे तो ना उधर तुरे। जिहड़े गलत पासे तुरे उन्होंने भी जदों प्रेरणा मिली, सजन ठग वर्गे सब तो वड्डे प्रचारक बन गए। भूमियां जिहड़ा डाकू सी सब तो वड्डा प्रचारक बन गया। दुनी चंद वर्गे प्रचारक बन गए। होर बाबा विधि चंद जी जिहड़े पहला चोरी करते सन वो वड्डे सिक्खी दे जरनैल बन गए, प्रचारक बन गए, भगत बन गए, गुरु के सिख सूरमे योधे बन गए। ये है जिहड़े तुरदे ने उन्होंने प्रेरणा मिली, सीधे पासे लगे तो बहुत अगे चले गए। लेकिन साखत बंदा वो है जिहड़ा रब तो टुटिया है ते जिंदगी अंदर किसी बंदे तुरना ही नहीं चाहता, किसी की गल सुनना ही नहीं चाहता। साहब जी कहते कि साखत बंदे नूं जिन्ने मर्जी तुसी उपदेश दे जाओ, ਉਹਦੇ ਲਈ ਤੇ उपदेश इवें ही ने जिवें हवा चल रही ਉਹਦੇ कोल, हवा चली जाती है, इवें ही वो सोचता लोगों दी गल्लां नूं हवा वांगू इधरों आउंदी इधर तुर जाती है। जैसे बिन कान खलहान जैसे गाहन पाया, जिवें कोई जिमींदार हुण अजकल तो कंबाइनां आ गई, थ्रैशर आ गए, बहुत वधिया तकनीक आ गई है कणक आदि जां फसल उगाउण दे लई। पहलां गाह पाए जांदे सन, फले पाए जांदे सन, कणक नूं वढ के उहदे उपर पशुआं दे नाल फले फेरने, गाह पाउणे, बड़ी मेहनत करनी पैंदी सी जिमींदारां नूं। हुण कोई फसल है उहदे विच दाना है ही कोई नहीं,
कई बार इदां भी हुंदा है फसल जिस वेले दाणा पैण ते आई उहनूं पानी नहीं मिलिया, वो सुक जाती है, सोका लग जाता है। देखण नूं हरी है, देखण नूं हरी है, पर ਉਹਦੇ अंदर दाणा कोई नहीं हुंदा, ਉਹਨੂੰ ਕਹਿੰਦੇ सोका लग गया। ਜ਼ਿਮੀਂਦਾਰਾਂ ਦੀ ਬੋਲੀ 'ਚ ਕਹਿੰਦੇ ਇਹਨੂੰ सोका लग गया। ਭਾਵ ਵੇਲੇ ਸਿਰ ਜਦੋਂ ਲੋੜ ਸੀ ਪਾਣੀ ਨਾ ਮਿਲਿਆ ਉਦੋਂ ਉਹਨੂੰ ਦਾਣਾ ਪੈਣਾ ਸੀ, ਬਾਅਦ 'ਚ ਵੇਲੇ ਦਾ ਕੋਈ ਫਾਇਦਾ ਨਹੀਂ। ਹਰੀ ਹੈ, ਦੇਖਣ ਨੂੰ ਲੈ ਲਹਾ ਰਹੀ ਹੈ, ਲੇਕਿਨ ਦਾਣੇ ਹੈ ਨਹੀਂ ਉਹਦੇ ਵਿੱਚ। ਉਸ ਫਸਲ ਨੂੰ ਜਿੰਨਾ ਮਰਜ਼ੀ ਗਾਈ ਜਾਓ, ਉਹਦੇ ਵਿੱਚੋਂ ਕਿਹੜੇ ਦਾਣੇ ਨਿਕਲਣਗੇ? ਤੂੜੀ ਰਹੇਗੀ। ਉਹਨੂੰ ਜਿੰਨਾ ਮਰਜ਼ੀ ਥ੍ਰੈਸ਼ਰ ਨਾਲ ਲਗਾ ਲਓ, ਕੰਬਾਈਨ ਨਾਲ ਵੱਢ ਲਓ, ਉਹਦੇ 'ਚੋਂ ਕਿਹੜੇ ਦਾਣੇ ਮਿਲਣੇ ਨੇ? ਬਿਲਕੁਲ ਇਸੇ ਤਰ੍ਹਾਂ ਬਿਨ ਕਣ ਖਲਹਾਨ ਜੈਸੇ ਗਾਹਨ ਪਾਇਆ, ਜਿਵੇਂ ਬਿਨਾਂ ਕਣਾਂ ਤੋਂ ਕੋਈ ਫਸਲ ਹੈ, ਬਿਨਾਂ ਦਾਣਿਆਂ ਤੋਂ ਫਸਲ ਹੈ, ਤੇ ਜ਼ਿਮੀਂਦਾਰ ਨੇ ਗਾਹ ਪਾ ਲਿਆ, ਉਹਨੂੰ ਖਲਵਾੜੇ 'ਚ ਲਿਆ ਕੇ ਖਲਾਰ ਲਿਆ, ਲੇਕਿਨ ਉਹਦੇ ਪੱਲੇ ਦਾਣਾ ਕੋਈ ਪਿਆ ਹੀ ਨਾ। ਬਿਲਕੁਲ ਤਿਉਂ ਸਾਕਤ ਤੇ ਕੋ ਨਾ ਬਰਸਾਇਆ। ਸਾਕਤ ਵੀ ਇਦਾਂ ਹੀ ਹੈ। ਸਾਕਤ ਬੰਦਾ ਜਿਹੜਾ ਹੈ ਉਹਦੇ ਤੋਂ ਕੋਈ ਵਰਸਾਇਆ ਨਹੀਂ ਜਾਂਦਾ ਕਿ ਉਹਦੇ ਨਾਲ ਤੁਸੀਂ ਮਿੱਤਰਤਾ ਪਾ ਕੇ ਬੜੇ ਸੁਖੀ ਹੋ ਜਾਓਗੇ, ਉਹਦੀ ਸੇਵਾ ਕਰਕੇ ਬੜੇ ਸੁਖੀ ਹੋ ਜਾਓਗੇ, ਜਾਂ ਤੁਸੀਂ ਉਹਨੂੰ ਗਿਆਨ ਦੇ ਦੇ ਕੇ ਤੁਹਾਨੂੰ ਕੁਝ ਮਿਲ ਜਾਏਗਾ। ਬਿਲਕੁਲ ਉੱਦਾਂ ਹੀ ਜਿਵੇਂ ਸੋਕੇ ਨਾਲ ਮਰੀ ਹੋਈ ਫਸਲ ਨੂੰ ਗਾਇਆ ਕੋਈ ਦਾਣਾ ਪੱਲੇ ਨਹੀਂ ਪੈਂਦਾ, ਸਾਖਤ ਦੇ ਨਾਲ ਤੁਸੀਂ ਜਿੰਨਾ ਮਰਜ਼ੀ ਮੱਥਾ ਮਾਰ ਲਓ, ਤੁਹਾਡੇ ਪੱਲੇ ਕੁਝ ਨਹੀਂ ਪੈਣਾ। ਸਾਖਤ ਨੇ ਤੇ ਆਪਣੇ ਸਵਾਰਥ ਤੇ ਰਹਿਣਾ, ਆਪਣੇ ਸੁਭਾਅ ਅਨੁਸਾਰ ਹੀ ਚੱਲਣਾ। ਜਿਵੇਂ ਸੱਪ ਨੂੰ ਦੁੱਧ ਪਿਆਈ ਜਾਓ, ਉਹ ਜ਼ਹਿਰ ਕਦੀ ਨਹੀਂ ਤਿਆਗਦਾ। ਜਿਵੇਂ ਪੱਥਰ ਤੇ ਪਾਣੀ ਪਾਈ ਜਾਓ, ਉਹ ਕਦੀ ਗਿੱਲਾ ਨਹੀਂ ਹੋ ਸਕਦਾ। ਸਾਖਤ ਬੰਦੇ ਦਾ ਸੁਭਾਅ ਵੀ ਇਹੀ ਹੈ। ਤੇ ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹਮੇਸ਼ਾ ਸਾਖਤ ਤੋਂ ਉਲਟ ਚੱਲਣ ਦੀ ਪ੍ਰੇਰਣਾ ਕੀਤੀ ਹੈ। ਉਲਟੀ ਰੇ ਮਨ ਉਲਟੀ ਰੇ, ਸਾਖਤ ਸਿਉ ਕਰ ਉਲਟੀ ਰੇ। ਬੰਦਿਆ ਸਾਖਤ ਬੰਦਾ ਜਿਹੜਾ ਅੰਦਰੋਂ ਰੱਬ ਨਾਲੋਂ ਟੁੱਟਿਆ ਹੋਇਆ ਹੈ, ਜਿਹੜਾ ਅਚਾਰ ਕਰਕੇ ਡਿੱਗਿਆ ਹੋਇਆ ਹੈ, ਜਿਹੜਾ ਜ਼ਿੰਦਗੀ ਦੇ ਅੰਦਰ ਪਰਮਾਤਮਾ ਦੇ ਪਿਆਰ ਤੋਂ ਵਾਂਝਾ ਹੈ, ਉਹਦੇ ਤੋਂ ਵੱਖਰੇ ਹੀ ਰਹਿ, ਉਹਦੇ ਤੋਂ ਦੂਰ ਰਹਿ। ਸਾਖਤ ਇਵੇਂ ਹੈ ਜਿਵੇਂ ਬੇਰੀ ਹੈ, ਬੇਰੀ ਹਿੱਲਦੀ ਹੈ, ਪੱਤਿਆਂ ਨੂੰ ਚੀਰੀ ਚਲੀ ਜਾਂਦੀ ਹੈ। ਸਤਿਗੁਰੂ ਸਾਹਿਬ ਜੀ ਨੇ ਇੱਥੇ ਵੀ ਸਾਖਤ ਦਾ ਸੁਭਾਅ ਵਰਣਨ ਕੀਤਾ ਹੈ। ਗੁਰਬਾਣੀ ਤੁਸੀਂ ਪੜ੍ਹੋਗੇ, ਥਾਂ ਥਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਖਤ ਦੀ ਸੰਗਤ ਤੋਂ ਬਚਣ ਦੀ ਪ੍ਰੇਰਣਾ ਕੀਤੀ, ਸਤ ਸੰਗਤ ਨਾਲ ਜੁੜਨ ਦੀ ਪ੍ਰੇਰਣਾ ਕੀਤੀ ਹੈ। ਸਤ ਸੰਗਤ ਵਿੱਚ ਆ ਕੇ ਦਿਨ ਦਿਨ ਦੂਣਾ ਹੇਤ ਗੁਰੂ ਕੇ ਬਚਨ ਇੱਥੋਂ ਸ਼ੁਰੂ ਹੋਏ ਸਨ ਕਿ ਸੰਤ ਜਨਾਂ ਕੀ ਲਿਹੋ ਮਤੈ, ਸਾਧ ਸੰਗ ਪਾਵੋ ਪਰਮ ਗਤੇ। ਬੰਦਿਆ ਜ਼ਿੰਦਗੀ ਅੰਦਰ ਸਤ ਪੁਰਖਾਂ ਦੀਆਂ ਗੱਲਾਂ ਹੀ ਸੁਣਿਆ ਕਰ, ਉਹਨਾਂ ਦੀ ਮਤ ਗ੍ਰਹਿਣ ਕਰ, ਉਹਨਾਂ ਦੇ ਬਚਨ ਸੁਣ। ਦੇਖੋ ਜਿਉਂ-ਜਿਉਂ ਆਪਾਂ ਚੰਗੀ ਸੰਗਤ ਵਿੱਚ ਬੈਠਾਂਗੇ, ਜਿਵੇਂ ਆਪਾਂ ਕਿਸੇ ਘਰ ਨੂੰ ਸਾਫ਼ ਕਰਦੇ ਆ ਨਾ, ਘਰ ਦੇ ਅੰਦਰ ਬੜੇ ਆ ਮਿੱਟੀ ਘੱਟਾ ਹੈ ਜਾਂ ਬਰਤਨ ਬੜੇ ਮੈਲੇ ਹੋਏ ਬੈਠੇ ਨੇ, ਐਨ ਲਿਬੜੇ ਨੇ, ਜਾਂ ਕੋਈ ਕੱਪੜਾ ਹੀ ਬੜਾ ਮੈਲਾ ਹੈ, ਉਹ ਇੱਕ ਦਿਨ 'ਚ ਤਾਂ ਨਹੀਂ ਸਾਫ਼ ਹੋ ਜਾਣਾ। ਉਹਨੂੰ ਰੋਜ਼ ਅਸੀਂ ਸਾਫ਼ ਕਰਦੇ ਕਰਦੇ ਆਖਰ ਘਰ ਰਹਿਣ ਯੋਗ ਹੋ ਜਾਂਦਾ ਹੈ, ਬਰਤਨ ਸਾਫ਼ ਹੋ ਜਾਂਦੇ ਨੇ, ਕੱਪੜੇ ਧੁੱਪ ਜਾਂਦੇ ਨੇ, ਮਿਹਨਤ ਕਰਦੇ ਕਰਦੇ ਹਨ। ਜੇ ਤੁਸੀਂ ਕਹੋ ਕਿ ਇੱਕ ਦਿਨ 'ਚ ਵੜ ਕੇ ਝਾਟੀ ਆਪਾਂ ਉਸ ਘਰ ਨੂੰ ਰਹਿਣ ਦੇ ਯੋਗ ਬਣਾ ਲਈਏ ਤਾਂ ਗੱਲ ਨਹੀਂ ਬਣੇਗੀ। ਬਿਲਕੁਲ ਇਸ ਤਰ੍ਹਾਂ ਸਾਡੇ ਮਨ ਦਾ ਸੁਭਾਅ ਹੈ। ਮਨ ਨੂੰ ਮੈਲ ਲੱਗੀ ਹੋਈ ਹੈ ਅਨੇਕਾਂ ਜਨਮਾਂ ਦੀ। ਇਹ ਮਨ ਦੀ ਮੈਲ ਸਹਿਜੇ ਸਹਿਜੇ ਲੱਥੇਗੀ। ਰੋਜ਼ ਸਤ ਸੰਗਤ ਨਾਲ ਪਿਆਰ ਕਰਾਂਗੇ, ਰੋਜ਼ ਆਪਾਂ ਗੁਰਬਾਣੀ ਨਾਲ ਪਿਆਰ ਕਰਾਂਗੇ, ਰੋਜ਼ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਜੁੜਾਂਗੇ, ਕਰਦੇ ਕਰਦੇ ਸਾਡੀ ਮਤ ਉਜਲ ਹੋ ਜਾਏਗੀ ਨਾ, ਦਿਨ ਦਿਨ ਦੂਣਾ ਹੇਤ ਹੋ ਜਾਏਗਾ। ਹਾਏ ਦਿਨ ਸਾਡੇ ਅੰਦਰ ਵਾਹਿਗੁਰੂ ਜੀ ਦੇ ਪ੍ਰਤੀ ਹੋਰ ਚਾਓ ਜਾਗੇਗਾ। ਸੰਗਤ ਇਸੇ ਕਰਕੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਿੱਤੀ ਹੈ ਕਿ ਰੋਜ਼ ਸੰਗਤ ਵਿੱਚ ਬੈਠਿਆ ਕਰੋ। ਸੰਗਤ ਵਿੱਚ ਬੈਠ ਕੇ ਸਾਡੇ ਅੰਦਰ ਚਾਓ ਜਾਗਦਾ ਹੈ ਪਰਮਾਤਮਾ ਨਾਲ ਜੁੜਨ ਦੀ। ਸੰਗਤ ਵਿੱਚ ਬੈਠ ਕੇ ਸਾਡੀ ਗੁਣਾਂ ਨਾਲ ਪ੍ਰੀਤ ਬਣਦੀ ਹੈ, ਔਗੁਣਾਂ ਤੋਂ ਸਾਡੇ ਅੰਦਰੋਂ ਇਵੇਂ ਕਹਿ ਲਓ ਤੋੜ ਵਿਛੋੜਾ ਹੁੰਦਾ ਹੈ। ਇਸ ਕਰਕੇ ਗੁਰਬਾਣੀ ਵਿੱਚ ਸਾਡੇ ਸਤਿਗੁਰੂ ਜੀ ਨੇ ਵਾਰ-ਵਾਰ ਪ੍ਰੇਰਣਾ ਕੀਤੀ ਹੈ ਕਿ ਬੰਦਿਆ ਸੰਤ ਸਭਾ ਜੈਕਾਰ ਕਰ, ਨਿਰਮਲ ਕਰਮ ਗੁਰਮੁਖ ਕਰਮ ਕਮਾਓ, ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ। ਸੰਤ ਸਭਾ ਵਿੱਚ ਬੈਠ ਕੇ ਵਾਹਿਗੁਰੂ ਜੀ ਦੀ ਜੈ ਜੈਕਾਰ ਕਰਿਆ ਕਰ। ਨਿਰਮਲ ਇਸ਼ਨਾਨ ਇਹ ਹੈ, ਗੁਰੂ ਤੀਰਥ ਹੈ, ਸਤ ਸੰਗਤ ਤੀਰਥ ਹੈ, ਇੱਥੇ ਆ ਕੇ ਇਸ਼ਨਾਨ ਕਰਿਆ ਕਰ। ਗੁਰਬਾਣੀ ਵਿੱਚ ਵਾਰ-ਵਾਰ ਸਤ ਸੰਗਤ ਨੂੰ ਤੀਰਥ ਨਾਲ ਸਤਿਗੁਰੂ ਜੀ ਨੇ ਪ੍ਰੇਰਣਾ ਦਿੱਤੀ ਹੈ। ਰਾਮਦਾਸ ਸਰੋਵਰ ਨਾਤੇ ਸਉਤਰੇ ਪਾਪ ਕਮਾਤੇ। ਰਾਮ ਦੇ ਦਾਸਾਂ ਦਾ ਸਰੋਵਰ ਜਿਹੜਾ ਇਹਦੇ 'ਚ ਇਸ਼ਨਾਨ ਕਰੇਗਾ, ਆ ਕੇ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠੇਗਾ, ਉਹਦੇ ਅੰਦਰੋਂ ਪਾਪਾਂ ਦੀ ਮੈਲ ਮਿਟ ਜਾਏਗੀ।
पाप की ने झूठ बेईमानी ठगी ये सब जिहड़े ने ये पाप ने साडे अंदर जम मता सोचना कि आपां किसी नूं कुੱਟता ये पाप है जां किसी नूं मारता ये पाप ये तो है ही ने ये अपराध ने बाहरी तौर पर एक अपराध हुंदे ने एक पाप हुंदे ने अपराध बाहरों नज़र आ जाता है किसी नूं कुੱਟਣਾ अपराध है बाहरों नज़र आ गया ਉਹਦਾ ਬਾਹਰ समाज वालों ਜਾਂ कानून वालों कोई ना कोई सानू सज़ा मिलेगी बंदा अपराध घट करता है क्योंकि अपराध का लोगों को पता लग जाता है अपराध दिस जाता है अपराध के उपर कानून की नज़र भी है लोगों की नज़र भी है अपराध घट करता है लेकिन बंदा पाप बहुत ही करता है पाप किसी को दिसदा नहीं है पाप का अर्थ है किसी के प्रति बुरा सोचना पाप का अर्थ है किसी के नाल बेईमानी करनी झूठ बोलना ठगी ठोरी करनी वो पापां दी मैल साडे मन नूं लगदी है मन नूं अपराध की सज़ा साडे तन नूं मिलदी है पापां दी मैल साडे मन नूं लगदी है और मन की मैल जिहड़ी उहनूं धोण दा इक्को एक तरीका है कि मन नूं सत संगत नाल जोड़ दईए ज्यों-ज्यों सत संगत नाल जोड़ांगे सतगुरु जी कहंदे जन्म जन्मांतर दी मैल लथणी शुरू हो जाएगी गुरुदेव कहंदे बंदिया जे तू परम गति चाहुंदा फिर साध संग पावो परम गति साध संगत कितनी महान है गुरु अर्जन देव जी के बचन आप पढ़ते हैं पिंगल पर्वत पार परे खल छत्र बकीता अंदले त्रिभवन सूझिया गुर भेट पनीता महिमा साधु संग की सुनो मेरे मीता मैल खोई कोट आग हरे निर्मल पह चीता कहणगे प्यारिओ मेरे मित्रों साध संगत दी गुरु दी संगत दी महानता सुन लो महिमा साधु संग की सुनो मेरे मीता सतपुरखां दी संगत दी महानता सुन लो मैल खोई कोट अग हरे निर्मल पह चीता करोड़ा जन्मां दी मैल तुहाडे अंदरों मिट जे करोड़ा पाप जिहड़े अंदर बैठे ने साडे वो मिट जाणगे कदों जदों सत संगत दे नाल प्यार पावांगे साडा मन जिहड़ा है ना चंगे पासे लगण लई बड़ा अवेसला है बड़े बहाने भालदा है किसी ने कहो कि आपां गुरद्वारे जाया करिए बड़े बहाने भाल लैणे ने उन्हें अज काम नहीं है अज जाया नहीं जाना शरीर ठीक नहीं कोई ना कोई मन जिहड़ा है वो बहाने भालदा ही है तो किसी ने माड़े काम की गल कहो तो फिर नहीं सलाह लेगा फिर वो सोचेगा नहीं सलाह नहीं लेगा माड़े काम लई तो बड़ा बंदा उद्यमी बन जाता है गुरबाणी ने साडे सुभाव नूं अंकित कीता चंगियाई आलक करे बुरियाई होए शेर चंगे कामां लई बंदा आलसी बुरे कामां लई बड़ा बहादुर बन जाता है फिर तो किसी की सलाह नहीं दिंदा सब तो अगे चलिया जाता है बुरियां कामां लई भीड़ां लगदियां ने तुसीं देख लो औगणा वाले पासे जिहड़ी चीज़ साडे शरीर लई घातक है बुरी है उत्थे पैसे दे के भी भीड़ां लगदियां ने तुसीं देख लो सत संगत विच ते भीड़ नहीं है सत संगत विच क्योंकि बैठ के सुरत नूं उच्चे चुकना पैंदा है ते उच्चे चढ़ना इवें जिवें पहाड़ ते चढ़ना होए बाबा कबीर साहिब जी ने एक गल कही सी कहण लगे जे मार्ग पंडित गए पाछे परी बहीर एक अवकट घाटी राम की ते चढ़ रहे हो कबीर पंडित दा अर्थ है जिहड़े चलाक धार्मिक लोग ने धर्म की दुनिया च पंडित बड़े चलाक पुरोहित पुजारी बिरती वाले लोग जिहड़े तुहानूं कहणगे 11 दिन ऐ कर लो 30 दिन नंगे पैरी इत्थे चल जाओ ऐ पाठ कर लो तुहाडी आ कामना पूरी हो जाएगी फलाने थां ते फलाना प्रसाद चाढ़ दो तुहाडी कामना पूरी हो जाएगी फलाने थां इन्ने वीरवार मत्था टेको तुहाडी कामना पूरी हो जाएगी इन्नियां मस्सियां नहा लो ये पंडितां दा मार्ग है सिखां दा नहीं है सिख दा मार्ग है सतसंगत दा मार्ग गुरबाणी दा मार्ग नाम जपो किरत करो वंड के सको ये सिख दा मार्ग है गुरबाणी ने किते नहीं कि इन्नियां मस्सियां नहा लो तुहाडियां कामना पूरियां होणगियां इन्नियां पुन्नियां नहा लो तुहाडियां कामना पूरियां होणगियां इन्ने पाठ कर लो तुहाडियां कामना पूरियां होण नहीं गुरबाणी कहंदी परमात्मा दे गुण गाओ परमात्मा दी कीर्ति करो जो चाहोगे मिल जाएगा रसना गुण गोपाल निध गायन शांत सहज रास मन उपजो सगले दुख पलायन सारे दुख मिट जाएंगे फिर जो मांगे सोई सोई पावे जो मंगोगे मिल जाएगा कदों जो परमात्मा की सिफत सलाह करोगे वाहिगुरु जी की बंदगी करोगे परमात्मा के गुण गाओगे किते नहीं कहा कि इन्ने आ करोगे तो जी इत्थे नहीं कहा कि इन्नियां माला फिरोगे तुहाडी कामना पूरी होएगी मुबारक है जिद्दां भी कोई रब नूं याद करदा है भागां वाला है पर जो गुरमत का सिद्धांत यह है मन बहाने भालदा है लेकर चंगे पासे जाना बड़ा औखा है बाबा कबीर साहब जी कहते ने जिधर ते कर्मकांडी लोगों ने तोरे उधर ते भीड़ा ही लग गई झट ही भीड़ा लग जांदियां ने उत्थे लेकिन जिहड़ा ना ज्ञान का मार्ग जिंदगी च उच्चे उठण का मार्ग
ये कुछ कठिन मार्ग है, सौखा मार्ग नहीं। चंगी चीज़ कोई भी लैनी है वो सौखी नहीं है। तुसी कहो जी मैं कोई डायमंड खरीदने, उत्थे तो बड़े पैसे खर्चने पैणगे। कोले खरीदण लई कोई बहुते पैसे नहीं, थोड़ियां ਜਿਹੇ ਨਾਲ ही गल बन जाती है। कोले थां थां ते मिल जाणगे, डायमंड हर थां ते नहीं मिलणगे। ये नहीं भी जिथों मर्जी लै लो। इसे तरीके नाल चंगी फसल लैनी तो बड़ी मेहनत करनी पैंदी जिमीदार नूं। जे कुछ नहीं लैना, कुछ भी ना करो, खेत ना जाओ, आपे बूटियां हो गई पैणियां ने, बिना ही मेहनत हो पैणियां ने। जिंदगी तुसी सियाणे बनना है, डॉक्टर बनना है, इंजीनियर बनना है, बड़ी मेहनत करनी पैंदी है। जे कुछ भी नहीं बनना, मूर्ख बनना, कुछ भी ना करो। मूर्ख बन लई किहड़े कालज खुले हुए ने कि उत्थे डिग्री मिलती है? कुछ भी ना करो, बने ही आपां। जिंदगी च तुसी अपनी सुरत नूं उच्चे उठाउणा है, ਉਹਦੇ ਲਈ ਤੇ ਮਿਹਨਤ ਕਰਨੀ ਪੈਗੀ। ਇਹ ਮਾਰਗ ਇਵੇਂ ਹੈ ਜਿਵੇਂ ਪਹਾੜ ਤੇ ਚੜ੍ਹਨਾ ਹੋਏ। ਇੱਕ ਔਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਪਰਮਾਤਮਾ ਵਾਲੇ ਪਾਸੇ ਜਾਣ ਦਾ ਮਾਰਗ ਔਕਟ ਮਾਰਗ, ਉੱਚਾ ਮਾਰਗ ਹੈ, ਕਠਿਨ ਮਾਰਗ ਹੈ। ਕਠਿਨ ਇਹ ਨਹੀਂ ਕਿ ਆਪਾਂ ਕਰ ਨਹੀਂ ਸਕਦੇ, ਸਾਨੂੰ ਕਠਿਨ ਲੱਗਦਾ। ਗੁਰਬਾਣੀ ਨੇ ਉਹ ਕੋਈ ਗੱਲ ਨਹੀਂ ਕਹੀ ਜਿਹਨੂੰ ਮਨੁੱਖ ਨਾ ਕਰ ਸਕਦਾ ਹੋਏ, ਜਿਹਨੂੰ ਨਾ ਕਰ ਸਕਦਾ ਹੋਏ। ਹਾਲਾਂਕਿ ਔਗਣਾ ਵਾਲੇ ਪਾਸੇ ਮਨੁੱਖ ਦਾ ਜ਼ੋਰ ਬਹੁਤਾ ਲੱਗਦਾ ਹੈ, એનર્ਜੀ ਜ਼ਿਆਦਾ ਲੱਗਦੀ, ਪੈਸੇ ਜ਼ਿਆਦਾ ਵੇਸਟ ਹੁੰਦੇ ਨੇ। ਰੱਬ ਵਾਲੇ ਬੰਨੇ ਤੇ ਕੋਈ ਪੈਸੇ ਵੇਸਟ ਨਹੀਂ ਹੁੰਦੇ। ਰੱਬ ਵਾਲੇ ਬੰਨੇ ਕੋਈ ਪੈਸਿਆਂ ਦੀ ਲੋੜ ਨਹੀਂ ਹੈ ਰੱਬ ਨੂੰ। ਤੁਸੀਂ ਆਪਣੇ ਪਿਆਰ ਨਾਲ ਮਨੁੱਖਤਾ ਦੀ ਸੇਵਾ ਲਈ ਧਰਮਤ ਕੋਈ ਦਿਓ, ਉਹ ਤੁਹਾਡੀ ਮਰਜ਼ੀ ਹੈ, ਉਹ ਦੇਣਾ ਚਾਹੀਦਾ ਹੈ। ਆਪਣੇ ਦਸਵੰਧ ਵਿੱਚੋਂ ਮਨੁੱਖਤਾ ਦੀ ਸੇਵਾ ਦੇ ਲਈ ਇਹਨਾਂ ਸਾਡੀ ਕਿਰਤ ਸਫਲ ਹੁੰਦੀ ਹੈ। ਇਹ ਸਾਡਾ ਇੱਕ ਫਰਜ਼ ਹੈ। ਦੇਖੋ ਨਾ ਰੱਬ ਨੇ ਕਿੰਨਾ ਕੁਝ ਸਾਨੂੰ ਮੁਫਤ ਦਿੱਤਾ ਹੈ। ਤੇ ਜੇ ਰੱਬ ਨੇ ਇੰਨਾ ਕੁਝ ਮੁਫਤ ਦਿੱਤਾ ਹੈ, ਅਸੀਂ ਤੇ ਦੁਨੀਆ ਦੀ ਕੋਈ ਚੀਜ਼ ਵਰਤੀਏ, ਅਸੀਂ ਬੱਸ ਤੇ ਬੈਠੀਏ ਕਿਰਾਇਆ ਦਿੰਨੇ ਆ, ਆ ਸੜਕਾਂ ਤੇ ਚੱਲਣ ਦਾ ਟੈਕਸ ਦਿੰਨੇ ਆ, ਪਾਣੀ ਪੀਣੇ ਪੈਸੇ ਦਿੰਨੇ ਆ। ਹਾਲਾਂਕਿ ਰੱਬ ਦੀਆਂ ਦਿੱਤੀਆਂ ਦਾਤਾਂ ਨੇ। ਰੱਬ ਦੀ ਧੁੱਪ ਦਾ ਅਸੀਂ ਕੁਝ ਦਿੱਤਾ ਹੈ? ਰੱਬ ਦੀ ਧਰਤੀ ਦੇ ਤੁਰਨ ਦਾ ਕੁਝ ਦਿੰਨੇ ਆ? ਆਪਾਂ ਸਾਹ ਲੈਨੇ, ਹਵਾ ਵਰਤਦੇ, ਕੁਝ ਦਿੰਨੇ ਰੱਬ ਨੂੰ? ਆਪਾਂ ਉਹਦੇ ਲਈ ਆਪਾਂ ਆਪਣੀ ਕਿਰਤ ਵਿੱਚੋਂ ਦਸਵੰਧ ਕੱਢਿਆ ਕਰੀਏ। ਇਹ ਰੱਬ ਦੀਆਂ ਦਿੱਤੀਆਂ ਦਾਤਾਂ ਦਾ ਆਪਾਂ ਕੁਝ ਐਵੇਂ ਤੁੱਛ ਜੀ ਭੇਟਾ ਹੈ ਰੱਬ ਨੂੰ। ਗਰੀਬਾਂ, ਲੋੜਵੰਦਾਂ, ਦੁਖੀਆਂ ਦੀ ਖਾਤਰ ਆਪਣੀ ਜ਼ਿੰਦਗੀ ਦਾ ਟਾਈਮ ਦਸਵੰਧ ਕੱਲਾ ਪੈਸੇ ਦਾ ਨਹੀਂ ਹੈ, ਟਾਈਮ ਦਾ ਦਸਵੰਧ। ਕੁਝ ਟਾਈਮ ਆਪਾਂ ਮਨੁੱਖਤਾ ਦੀ, ਸਮਾਜ ਦੀ ਸੇਵਾ ਲਈ ਜ਼ਰੂਰ ਕੱਢਿਆ ਕਰੀਏ। ਸਾਡਾ ਸਮਾਜ ਵਧੀਆ ਬਣੇਗਾ ਜਦੋਂ ਸਾਰੇ ਅਸੀਂ ਆਪਣਾ ਟਾਈਮ ਵੀ ਸਮਾਜ ਨੂੰ ਦੇਣਾ ਸ਼ੁਰੂ ਕਰਾਂਗੇ। ਕੋਈ ਪੈਸੇ ਦੇ ਸਕਦੇ ਨੇ, ਕੋਈ ਟਾਈਮ ਦੇ ਸਕਦੇ ਨੇ, ਕੋਈ ਕੁਝ ਕਿਸੇ ਤਰੀਕੇ ਨਾਲ ਮਦਦ ਕਰ ਸਕਦਾ ਹੈ। ਸਾਨੂੰ ਆਪਣਾ ਜ਼ਿੰਦਗੀ ਦੇ ਅੰਦਰੋਂ ਕੁਝ ਹਿੱਸਾ ਜਿਹੜਾ ਹੈ ਉਹ ਸਮਾਜ ਨੂੰ ਧਰਮ ਅਰਥ ਲਗਾਉਣਾ ਚਾਹੀਦਾ। ਪਰ ਰੱਬ ਨੂੰ ਪੈਸਿਆਂ ਦੀ ਲੋੜ ਨਹੀਂ, ਤੇ ਅਸੀਂ ਆਪਣੇ ਸੁੱਖ ਲਈ ਦੇਣੇ। ਰੱਬ ਵਾਲੇ ਪਾਸੇ ਤੁਰਨ ਦੇ ਲਈ ਪੈਸਿਆਂ ਨਾਲ ਨਹੀਂ ਉਤਰਿਆ, ਪੈਸਿਆਂ ਦੀ ਕੋਈ ਲੋੜ ਨਹੀਂ, ਤੁਸੀਂ ਨਾ ਦਿਓ, ਰੱਬ ਨੂੰ ਕੋਈ ਫਰਕ ਨਹੀਂ ਹੈ। ਸਭ ਤੋਂ ਸੌਖਾ ਮਾਰਗ ਹੈ ਤਾਂ ਰੱਬ ਵਾਲੇ ਬੰਨੇ ਤੁਰਨ ਦਾ। ਦੇਖੋ ਨਾ ਕਿੰਨਾ ਸੌਖਾ ਮਾਰਗ ਹੈ। ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਕਿਤੇ ਸਰੀਰ ਨੂੰ ਕਸ਼ਟ ਦੇਣ ਦੀ ਗੱਲ ਨਹੀਂ ਹੈ, ਕਿਤੇ ਘਰ ਛੱਡਣ ਦੀ ਗੱਲ ਨਹੀਂ ਹੈ, ਕਿਤੇ ਰੋਟੀ ਛੱਡਣ ਦੀ ਗੱਲ ਨਹੀਂ, ਕਿਤੇ ਕੱਪੜੇ ਉਤਾਰਨ ਦੀ ਗੱਲ ਨਹੀਂ ਹੈ, ਕਿਤੇ ਕੋਈ ਪਰਿਵਾਰ ਤੋਂ ਦੂਰ ਰਹਿਣ ਦੀ ਗੱਲ ਨਹੀਂ। ਪਰਿਵਾਰ 'ਚ ਵੀ ਰਹੋ, ਘਰ 'ਚ ਵੀ ਰਹੋ, ਕਿਰਤ ਵੀ ਕਰੋ, ਦੁਨੀਆ ਦੇ ਸੁੱਖ ਮਾਣੋ, ਗੱਡੀਆਂ ਕਾਰਾਂ ਵਰਤੋ, ਸੋਨਾ ਪਾਓ, ਤੁਸੀਂ ਜੋ ਮਰਜ਼ੀ। ਕਿਤੇ ਸਤਿਗੁਰੂ ਜੀ ਨੇ ਨਹੀਂ ਕਿਹਾ ਤਿਆਗੋ, ਪਰ ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਲੇਕਿਨ ਮਨੁੱਖ ਨੂੰ ਇਹ ਕੰਮ ਔਖਾ ਲੱਗਦਾ ਕਿ ਇਮਾਨਦਾਰੀ ਦੀ ਕਿਰਤ ਕਰਨੀ ਔਖੀ ਹੈ। ਇਮਾਨਦਾਰੀ ਦੀ ਕਿਰਤ ਕਰਨੀ ਔਖੀ, ਝੂਠ ਬੋਲਣਾ ਸੌਖਾ ਹੈ, ਕਿਉਂਕਿ ਅਡੰਬਰ ਚਾਹੁੰਦਾ ਮਨੁੱਖ। ਸਰਲ ਮਾਰਗ ਮਨੁੱਖ ਨੂੰ ਚੰਗਾ ਨਹੀਂ ਲੱਗਦਾ। ਅਡੰਬਰ ਵਾਲੇ ਮਾਰਗ ਤੇ ਭੀੜਾਂ ਲੱਗ ਜਾਂਦੀਆਂ ਨੇ। ਜਿਹੜਾ ਮਾਰਗ ਸਰਲ ਹੈ, ਸੌਖਾ ਹੈ, ਉਧਰ ਤੇ ਵਿਰਲੇ ਵਿਰਲੇ ਭਾਗਾਂ ਵਾਲੇ ਚੱਲਦੇ ਨੇ, ਕਿਉਂਕਿ ਅਡੰਬਰ ਕਰਕੇ ਮਨ ਨੂੰ ਇੱਕ ਨਾ ਹਉਮੈ ਨੂੰ ਪੱਠੇ ਪੈਂਦੇ ਨੇ। ਅਡੰਬਰ ਕਰਕੇ ਮਨ ਦੀ ਹਉਮੈ ਨੂੰ ਪੱਠੇ ਪੈਂਦੇ ਨੇ। ਮਨ ਦੀ ਹਉਮੈ ਵੱਲੋਂ ਮਰਨਾ ਹੀ ਤੇ ਔਖਾ ਹੈ। ਐਕਚੁਅਲੀ ਮੌਤ ਇਹ ਹੈ, ਮਨ ਦੀ ਹਉਮੈ ਵੱਲੋਂ ਮਰਨਾ। ਜਦੋਂ ਇਹਨੂੰ ਪ੍ਰਵਾਨ ਕਰ ਲਵਾਂਗੇ, ਸੁੱਖ ਹੀ ਸੁੱਖ ਵਰਤਣਗੇ। ਕੋਈ ਮੌਤ ਸਾਨੂੰ ਡਰਾਉਣੀ ਨਹੀਂ ਨਜ਼ਰ ਆਏਗੀ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ, ਮਰਤਾ ਮਰਤਾ ਜਗ ਹੁਆ, ਮਰ ਵੀ ਨਾ ਜਾਣੇ ਕੋਏ। ਐਸੀ ਮਰਨੀ ਜੋ ਮਰੇ ਬੌਰ ਨਾ ਮਰਨਾ ਹੋਏ, ਐਸੀ ਜਿਸ ਮਰਨ ਤੇ ਜਗ ਡਰੇ। ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਰੱਬ ਵਾਲੇ ਚੱਲਣ ਬੰਨੇ ਚੱਲਣ ਦਾ ਸੌਖਾ ਮਾਰਗ ਹੈ, ਪਰ ਸਾਨੂੰ ਔਖਾ ਲੱਗਦਾ, ਕਿਉਂਕਿ ਸਾਡੀ ਸੁਰਤ ਗਲਤ ਪਾਸੇ, ਨੀਵੇਂ ਪਾਸੇ ਜਾਣਾ ਸਿੱਖ ਗਈ ਹੈ। ਜਦੋਂ ਤੁਰ ਪਏ ਬੰਦਾ ਤੇ ਫਿਰ ਔਖਾ ਨਹੀਂ ਹੈ, ਫਿਰ ਉਹਦੇ ਲਈ ਸੌਖਾ ਹੈ। ਅੰਮ੍ਰਿਤ ਵੇਲੇ ਉੱਠਣਾ ਔਖਾ ਲੱਗਦਾ ਆਮ ਬੰਦੇ ਨੂੰ, ਪਰ ਜਿਨ੍ਹਾਂ ਨੂੰ ਆਨੰਦ ਆਉਂਦਾ ਉਹ ਅੰਮ੍ਰਿਤ ਵੇਲੇ ਉੱਠਣ ਤੋਂ ਬਾਅਦ ਜੇ ਕਿਤੇ ਨਾ ਉੱਠਣ ਤੇ ਉਹ ਸਗੋਂ ਦੁਖੀ ਹੋ ਜਾਂਦੇ ਨੇ, ਕਿਉਂਕਿ ਉਹਨਾਂ ਦਾ ਸੁਭਾਅ ਬਣ ਗਿਆ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਸਾਡਾ ਮਨ ਮਾੜੇ ਬੰਨੇ ਜਾਂਦਾ, ਚੰਗੇ ਪਾਸੇ ਲਾਉਣਾ ਤੇ ਇਵੇਂ ਜਿਵੇਂ ਪਹਾੜ ਤੇ ਚੜ੍ਹਨਾ ਹੋਇਆ। ਸਾਡਾ ਮਨ ਪਿੰਗਲਾ ਹੈ, ਪਰ ਸਤ ਸੰਗਤ ਕਿਹੜੀ ਅਸਥਾਨ ਹੈ? ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ।
जिवें पिंगला पहाड़ी ते चढ़ जाए, सत संगत वो थां है जिथे पिंगले भी पहाड़ी ते चढ़ जाते हैं। साडा मन जिहड़ा है ये रब वाले बने लग जाता है। खल कहंदे मूर्ख नूं, मूर्ख बंदा जिहड़ा वो सच सुन लई तैयार नहीं है, उन्होंने जिन्ना मर्जी समझाओ, पर सत संगत विच आके मूर्ख भी सियाणे बन जाते हैं। अंधुले त्रिभावन सूझिया गुर भेट पनीता, अन्ना अखां तो हीणा बंदा। बाहरले अन्ने की गल नहीं है, इत्थे जिहड़े मन करके अंधे ने उन्हां दी गल, जिन्हां दे कोल ज्ञान दे नेत्र नहीं है। बाहरले अन्ने ते बड़े सियाणे ने, तुसीं कई वो प्राणी देखे होणगे, मैं बहुत देखे ने जिन्हां को बाहरले नेत्र नहीं, वो वकील ने। इंग्लैंड का एक बारी एक मंत्री सी, वो अखां तो हीणा सी, बड़ा तगड़ा वो मंत्री मुल्क नूं चलाउंदा रहा। मैं एक गुरु प्यारियां दे दर्शन जुबा सिटी जाके कैलीफोर्निया किते, उन्होंने अद्धा गुरु ग्रंथ साहिब जी याद, ये अज तो 10 साल पहला की गल, उदों अद्धा गुरु ग्रंथ साहिब जी की पवित्र बाणी जबानी उन्होंने कंठ, पर अखां उन्होंने को है नहीं बचपन तो ही। अद्धा गुरु ग्रंथ, सानू तो जपजी साहिब ही कंठ नहीं हुंदा, सानू तो नितनेम कंठ नहीं है। भागां वाले उन्होंने नमस्कार जिन्होंने बाणी कंठ है भाई, पर वो प्राणी जिहदे को नेत्र नहीं, उन्होंने अद्धा गुरु ग्रंथ साहिब जी कंठ। भाई साधु सिंह जी उन्हों का नाम, महापुरखों के संगी रहे ने, अद्धा गुरु ग्रंथ साहिब। उन्होंने आपां किवें कहांगे अन्ने, अंधे ना आखियां जिन मुख लोएना है, अंधे सही नानका जे खसमो कुत्थे जाए। अंधे ते वो ने जिहड़े रब नालों टुटे हुए ने। अक्कां हुंदियां होइयां असीं देखदे हां कि दुनिया तुरी जा रही, नाल कोई नहीं लैके जाता, खाली हथ जाते, चुक के छड्ड उन्हें साड़ के सुआह जी रह जाती है। लेकिन असीं फिर नहीं समझते, अखां नाल देख के फिर भी असीं जफे मारी बैठे हैं, झूठ बोली जाने, बेईमानी ठगी ठोरी लड़ाई झगड़िया, कदी कोई समझे आप? इहदा मतलब अन्ने ते असीं होए ना, देख के भी जिहड़े समझ नहीं सकते। हाथ दीप कूए परे, साडे कोल गुरु ग्रंथ साहिब जी की पवित्र बाणी है, पढ़ सकते हैं, समझ सकते हैं, पर गुरबाणी दे हुंदे मन मत रज के हो रही है। गुरबाणी ने हुंदे साडा समाज निगरदा जा रहा है। गुरबाणी पढ़दे असीं औगण ते बेईमानी नूं त्यागण लई त्याग नहीं, अन्ने ते असीं आ। अन्ने वो ने जिहड़े हाथ च दीवा होए ते फिर खूह च डिग पैण। साडे कोल गुरु ग्रंथ साहिब जी दीवा ही नहीं, सैकड़े सूरजां नूं चानण देण वाला महान सूरजां दा सूरज है। ਉਹਦੇ ਹੁੰਦਿਆਂ ਵੀ ਜੇ ਅਸੀਂ ਕੁਰਾਏ ਪਏ ਹੋਏ ਆ, ਮਨ ਮਤ ਕੁਲ ਜਾਂਦੇ ਆ, ਫਿਰ ਵੀ ਜੇ ਆਪਾਂ ਕਿਤੇ ਇਕੱਠੇ ਨਹੀਂ ਹੁੰਦੇ, ਆਪਸੀ ਲੜਾਈ ਝਗੜਿਆਂ 'ਚ ਪਏ, ਦੂਈ ਦਵੈਹ 'ਚ ਪਏ ਆ, ਤੇ ਦਰਅਸਲ ਅਸੀਂ ਅੰਨੇ ਆ। ਇਹਨੂੰ ਵੱਡਾ ਅੰਨਾ ਕੋਈ ਨਹੀਂ ਹੋ ਸਕਦਾ। ਸਾਹਿਬ ਜੀ ਕਹਿੰਦੇ ਸਤ ਸੰਗਤ ਵਿੱਚ ਆ ਜਾਏ, ਅੰਨਿਆਂ ਨੂੰ ਵੀ ਸੋਝੀ ਹੋ ਜਾਂਦੀ ਹੈ। ਸਤ ਸੰਗਤ ਵਿੱਚ ਆ ਕੇ ਮਤ ਪਵਿੱਤਰ ਹੋ ਜਾਂਦੀ ਹੈ। ਗੁਰੂ ਬਾਬਾ ਜੀ ਕਹਿੰਦੇ ਸਤ ਸੰਗਤ ਨਾਲ ਸਾਂਝ ਪਾਓ, ਸੰਤ ਜਨਾਂ ਕੀ ਲਿਓ ਮਤੇ, ਸਾਧ ਸੰਗ ਪਾਵੋ ਪਰਮ ਗਤੇ। भाई साधु पुरखों की संगत विच आके तुहानू परम गति मिलेगी, गुरु की संगत विच आके तुहानू परम अवस्था मिल जाएगी। पर जे तुसी सागतां कोल जाओगे, बिन कण खलहान जैसे गाहन पाया, त्यों साकते को ना बरसाया। जिवें कोई फसल विच दाने ना होण, जिन्ना मर्जी गाई जाओ, तूड़ी पल्ले पेगी, दाने पल्ले नहीं बहणगे। सागत मनुख दे कोल जिन्ना मर्जी तुसी जाओ, तुहानू को उत्थों सुख नहीं मिलेगा, ਤੁਹਾਡੇ ਕੋਲ ਉਹਨੂੰ ਉਹਦੇ ਕੋ ਤੁਹਾਨੂੰ ਉਹਦੇ ਕੋਈ ਲਾਭ ਨਹੀਂ ਮਿਲੇਗਾ। ਉਹ ਆਪਣੇ ਸੁਭਾਅ ਅਨੁਸਾਰ ਹੀ ਚੱਲੇਗਾ। ਤਿਤ ਹੀ ਲਾਗਾ ਜਿਤ ਕੋ ਲਾਇਆ, ਕਹੋ ਨਾਨਕ ਪ੍ਰਭ ਬਣਤ ਬਣਾਇਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਭਈ ਸਾਧੂ ਪੁਰਖਾਂ ਦੀ ਸੰਗਤ ਬੈਠੋ ਜੇ ਤੁਸੀਂ ਜ਼ਿੰਦਗੀ 'ਚ ਉੱਚੀ ਅਵਸਥਾ ਚਾਹੁੰਦੇ ਹੋ, ਸੁੱਖ ਚਾਹੁੰਦੇ ਹੋ, ਆਨੰਦ ਚਾਹੁੰਦੇ ਹੋ, ਬੁਰਾਈਆਂ ਤੋਂ, ਔਗਣਾਂ ਤੋਂ, ਦੁੱਖਾਂ ਤੋਂ ਜੇ ਬਚਣਾ ਚਾਹੁੰਦੇ ਹੋ, फिर सतपुरखों की संगत नाल प्यार पाओ, उन्हों की अकल ग्रहण करो। पर जे तुसी कहो कि सागतां कोलों तुहानूं सुख मिल जाए, क्योंकि बंदा साडा सुभाव है ना, औगणा वालियां को बैठ के बड़ा खुश हुंदा है, बड़ा आनंद आउंदा है सानूं। तुसी 100 यतन करो सागतां कोल जाके कि वो चंगे पासे लग जाण, उन्हां नूं कदी चंगे पासे नहीं लगणगे। जिवें पत्थर ते पानी पाई जाओ, कदी भिजेगा नहीं। जिवें काली कंबली नूं धोई जाओ, वो कदी चिट्टी नहीं होएगी। जिवें सप नूं दुध पियाई जाओ, कदी जहर नहीं त्यागेगा। बिल्कुल इस तरह जिवें तुसी किते केवल नाड़ नूं उगाई जाओ, चो तुहानूं कदी दाने नहीं मिलणगे, तिवें सागतां कोल जाके तुहानूं कुछ पेड़ पल्ले नहीं पेगा। तुसी भावें जिन्ना मर्जी ज्ञान कोटी जाओ उत्थे जाके। अखीर ते सतगुरू जी ने एक गल कही कि सानूं वाहिगुरू जी दा कोटान कोट धन्नवाद करना चाहिए कि सानूं सत संगत मिली है, सानूं गुरु की हजूरी च जां रब्बी प्यारिਆਂ कोल बैठण दा मौका मिलदा है। ये तो वाहिगुरू जी की बख्शिश हो गई भाई। जिति तित ही लागा जित को लाया, ये वाहिगुरू जी की बख्शिश सदका ही असीं सत संगत विच आए हैं। जिस भावे तिस आपन नाए लावे,
जिस भावे तिस खेल खिलावे। इत्थे कोई ये ना कि मैं अपने जोर नाल सत संगत विच आ गया भाई, ये तो वाहिगुरू जी की साडे ते रहमत हो गई है। तो कल नूं कोई ये भी बहाना ना लगाए कि चलो जो रब मैनू लाएगा तां लगांगा, क्योंकि माड़े बन्ने जाण लई तो नहीं सोचदा बंदा कि रब लाएगा तो लगांगा। सतगुरु जी ने इत्थे साडे अंदर निर्माणता पैदा करने के लिए ज्ञान दिता है कि साडे ते वाहिगुरू जी की बख्शिश हुई तां आपां सच वाले बन्ने लगे हाँ। ये सारा संसार परमात्मा का बनाया होया है। कहो नानक प्रभ बनत बनाया। सतगुरु जी कहते परमात्मा ने बनत बनाई है। खेड होंदी है ना, खेड दे विच दो धिरां होंदियां ने, दो टीमां होंदियां ने। एक टीम ने हारना हुंदा है, एक ने जितना हुंदा ही है। खेड तां ही बनदी है, इकल्लियां की खेडेगा बंदा। और खेड दे विचों आनंद हुंदा है। परमात्मा ने एक खेड बनाई है जगत दी, और इस खेड दे अंदर कुछ वो ने जिहड़े सच वाले बन्ने लग के जिंदगी की बाजी जित रहे ने, ते कुछ वो भी ने जिहड़े जिंदगी की बाजी हार रहे ने, जिहड़े साखत बन गए ने। साडे ते वाहिगुरू जी ने बख्शिश की, सानू सत संगत नाल जोड़िया है। साहब जी कहते अरदास करिया करिए कि वाहिगुरू जी तुसी आप ही साडे ते बख्शिश की है। ये संसार तुहाडा है, जिधर जिधर तुसी संसार के जीवां नूं तुसी लाउंदे हो उधर तुहाडे हुक्म च जीव चलदा है। तुसी बख्शिश करो तो जीव जिहड़ा है सच दा धारणी बन जांदा है। धन गुरु अर्जन देव जी महाराज ने गल सतपुरखां दी करके सानू सुचेत कीता कि जिंदगी आपां जिंदगी विच कुसंगत तो बचीए। कुछ संगत विच जावांगे साडे ते असर जरूर पएगा। जिवें काले भांडे कोलों लंघीए ते कालख दा साडे ते दाग कोई ना कोई लग ही जांदा है, इवें कुसंगत दा असर भी पैंदा है। सत संगत विच जावांगे साडे ते असर जरूर पएगा। बाबा कबीर साहब जी ने कहा सी कि रब दे प्यारियां दी जिहड़ी संगत है ना, एक घड़ी आदि हूं ते आद भगतन सेती गोष्टे जो कीने सोला। रब दे प्यारियां कोल सत संगत विच तुसी थोड़े तो थोड़ा चिर भी जो बैठोगे उहदा लाभ जरूर होएगा। गुरु चरणा च अरदास करया करिए, सतगुरु जीओ साडे ते रहमत करो, साध मत देहो दयाल प्रभ, जे तुम्हें अराधा नानक मंगे दान प्रभ रेन पग साधा। सानू सतपुरखां दी संगत मिले, गुरु दी हजूरी मिले, ये अरदास करनी है। इन्नियां बेनतियां प्रवान करनियां, भुलां चुकां दी खिमा बख्श देनी जी। सतगुरु सच्चे पातशाह जी समूह संगत दे उपर नजर रहमत करन, कृपा दृष्ट करन, घरां विच सुख शांति ते चढ़दी कला दी दात बख्शिश करन जीओ। प्यार सहित प्रवान करो। वाहिगुरू जी का खालसा, वाहिगुरू जी की फतेह।